ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜੀ ਭਾਸਕਰ ਜੀ ਔਰ ਇੰਦਰਪ੍ਰੀਤ ਜੀ, ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਦੀ 18 ਤਰੀਕ ਦੀ ਪ੍ਰਸਤਾਵਿਤ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਦੀ ਕੀ ਸਥਿਤੀ ਆ ਔਰ ਕੀ ਸ਼੍ਰੋਮਣੀ ਅਕਾਲੀ ਦਲ ਇਹਦੇ 'ਚ ਸ਼ਾਮਲ ਹੋ ਰਿਹਾ? ਜੇ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋ ਰਿਹਾ ਤਾਂ ਲੰਘੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਗਜ਼ੈਕਟਿਵ ਬਾਡੀ ਦੀ ਮੀਟਿੰਗ ਤੋਂ ਬਾਅਦ ਯੂਸੀਸੀ ਦੇ ਉੱਤੇ ਸਖਤ ਸਟੈਂਡ, ਇਹਨੂੰ ਤੁਸੀਂ ਕਿਵੇਂ ਲਓਗੇ ਔਰ ਇਹਦਾ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਿਰੋਧ ਕੀਤਾ ਜਾਣਾ, ਇਹਨੂੰ ਕਿਸ ਤਰੀਕੇ ਨਾਲ ਦੇਖੀਏ? ਕਿ ਐਨਡੀਏ ਦੇ ਵਿੱਚ ਨਵੇਂ ਭਾਈਵਾਲ ਵੀ ਸ਼ਾਮਲ ਹੋ ਰਹੇ ਨੇ? ਦੂਜਾ ਸਵਾਲ, ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਬੋਰਡ ਆਫ ਮੈਨੇਜਮੈਂਟ ਦਾ ਚੇਅਰਮੈਨ ਲਾ ਕੇ ਕੀ ਮੁੱਖ ਮੰਤਰੀ ਨੇ ਗਵਰਨਰ ਨੂੰ ਸੀਪ ਲਾਈ ਹੈ? ਤੀਜਾ ਸਵਾਲ, ਬਿਜਲੀ ਨਿਗਮ ਦੇ ਇੰਜੀਨੀਅਰਸ ਵਿਰੋਧ ਕਰ ਰਹੇ ਆ ਪ੍ਰਸਤਾਵਿਤ ਬਿਜਲੀ ਸੋਧ ਬਿੱਲ ਦਾ। ਜਿਹੜਾ ਬਿਜਲੀ ਦਾ ਪ੍ਰਸਤਾਵਿਤ ਸੋਧ ਬਿੱਲ ਕੇਂਦਰ ਲਿਆ ਰਿਹਾ, ਜਿਹਦੀ ਕਨਸੋ ਹੈ, ਇਹ ਸਾਡੇ ਲਈ ਕਿਵੇਂ ਘਾਤਕ ਹੈ, ਖਤਰਨਾਕ ਹੈ, ਇਹਦੇ ਉੱਤੇ ਜਾਣਦੇ ਆ। ਔਰ ਜੀਰਾ ਮੋਰਚੇ ਵਾਲੇ ਅਜੇ ਵੀ ਉੱਠਣ ਲਈ ਤਿਆਰ ਕਿਉਂ ਨਹੀਂ ਨੇ? ਤੇ ਇੱਕ ਖੇਤੀ ਨਾਲ ਸੰਬੰਧਿਤ ਖਬਰ, ਬਾਰਿਸ਼ ਹੋ ਰਹੀ ਆ, ਕਿਤੇ ਕਿਤੇ ਇਹ ਕਿਣਮਣ ਚੰਗੀ ਲੱਗਦੀ ਆ, ਇਹ ਠਾਰਦੀ ਆ, ਇਹ ਮੌਸਮ ਸੁਹਾਵਣਾ ਲੱਗਦਾ ਹੈ, ਪਰ ਕਿਤੇ ਕਿਤੇ ਜਿੱਥੇ ਫਸਲਾਂ ਦਾ ਨੁਕਸਾਨ ਹੋ ਰਿਹਾ ਉੱਥੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਉਦਾਸੀ ਵੀ ਆ। ਇਹ ਸਾਰੇ ਮਾਮਲੇ ਲੈਣੇ ਆ। ਇੰਦਰਪ੍ਰੀਤ ਜੀ, ਇੱਕ ਸ਼ਾਇਰ ਨੇ ਰਜਿੰਦਰਜੀਤ ਸਿੰਘ, ਉਹਨਾਂ ਦੇ ਗਜ਼ਲ ਦੇ ਕੁਝ ਸ਼ੇਰ ਨੇ, ਉਹ ਕਹਿੰਦੇ ਕਿੰਨੇ ਹਤਾਸ਼ ਹੋਣਗੇ ਉਹ ਮੇਰੇ ਹਾਲ ਤੇ, ਆਪੇ ਮੈਂ ਫਿਰ ਹੱਸਿਆ ਆਪਣੇ ਖਿਆਲ ਤੇ। ਉਹ ਕਹਿੰਦੇ ਅਦਮੋਈ ਹੋ ਕੇ ਰਹਿ ਗਈ ਹੱਥਾਂ ਦੀ ਛੋਹ ਬਿਨਾ, ਪਾਈ ਸੀ ਚਾਵਾਂ ਨਾਲ ਜੋ ਘੁੱਗੀ ਰੁਮਾਲ ਤੇ। ਗੱਠ ਜੋੜਾਂ ਦੇ ਵਿੱਚ ਇੰਜ ਹੀ ਹੁੰਦਾ ਹੈ। ਸੋ ਗੱਲ ਧੋਰਿਓ ਕਿ ਐਨਡੀਏ ਦੇ ਮਾਮਲੇ 'ਚ ਜਿਹੜੀਆਂ ਖਬਰਾਂ ਆ ਰਹੀਆਂ ਨੇ, ਛਣ ਕੇ ਆ ਰਹੀਆਂ ਨੇ ਕਿ 18 ਨੂੰ ਸਿਰ ਜੋੜੇ ਜਾਣੇ ਆ, ਉਹਨਾਂ ਜੋੜੇ ਜਾਣ ਵਾਲੇ ਸਿਰਾਂ 'ਚ ਸੁਖਬੀਰ ਸਿੰਘ ਬਾਦਲ ਦਾ ਸਿਰ ਹੋਊਗਾ ਕਿ ਨਹੀਂ? ਗੱਲ ਤੋਰੋ ਜ਼ਰਾ। ਰੰਧਾਵਾ ਸਾਹਿਬ, ਦੇਖੋ, ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਬਾਦਲ ਇਸ ਮੀਟਿੰਗ ਦਾ ਹਿੱਸਾ ਹੋਣਗੇ। ਜਿਸ ਹਿਸਾਬ ਨਾਲ ਕੱਲ ਦੋ ਪ੍ਰਮੁੱਖ ਘਟਨਾਵਾਂ ਜਿਹੜੀਆਂ ਹੋਈਆਂ ਨੇ, ਖਾਸ ਤੌਰ ਤੇ ਐਸਜੀਪੀਸੀ ਦਾ ਜਿਹੜਾ ਕਾਰਜਕਾਰਨੀ ਦੀ ਮੀਟਿੰਗ ਹੋਈ ਹੈ, ਉਹ 'ਚ ਯੂਸੀਸੀ ਦਾ ਇਸ਼ੂ ਆਇਆ ਤੇ ਉਹ ਰਿਜੈਕਟ ਹੋਇਆ। ਔਰ ਜੇ ਭਾਰਤੀ ਜਨਤਾ ਪਾਰਟੀ ਬੜੀ ਸ਼ਿੱਦਤ ਨਾਲ ਜਿਸ ਮੁੱਦੇ ਨੂੰ ਅੱਗੇ ਲੈ ਕੇ ਵੱਧ ਰਹੀ ਹੋਵੇ ਔਰ ਉਹਨੇ ਜਿਹੜੀ ਪੂਰੇ ਕੰਟਰੀ ਦੇ ਵਿੱਚ ਇੱਕ ਵਿਰੋਧੀ ਧਿਰਾਂ ਦੀ ਇੱਕ ਗਠਜੋੜ ਜਿਹਾ ਬਣ ਰਿਹਾ ਸੀ, ਉਹਦੇ ਵਿੱਚ ਇੱਕ ਵੱਡੀ ਸੇਂਧ ਮਾਰਤੀ ਹੋਵੇ ਉਸ ਆਪਣੇ ਬਿੱਲ ਨਾਲ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਦੇ ਉੱਤੇ ਅਕਾਲੀ ਦਲ ਫਿਰ ਗਠਜੋੜ ਕਰੇਗਾ। ਇਹ ਉਹਨਾਂ ਲਈ ਬਹੁਤ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਉਹਨੂੰ ਆਪਣੀ ਸਟੇਟ ਦੇ ਜਾਂ ਆਪਣੀ ਜਿਹੜਾ ਪੰਥਕ ਵੋਟ ਬੈਂਕ ਹੈ ਉਹਦੇ ਹਿੱਤ ਨੇ, ਉਹਨਾਂ ਨੂੰ ਤਾਂ ਦੇਖਣਾ ਪਊਗਾ ਹੀ। ਅਗਰ ਉਹ ਹਿੱਤ ਨਹੀਂ ਦੇਖੇਗਾ ਤਾਂ ਮੈਨੂੰ ਲੱਗਦਾ ਕਿ ਉਹ ਅੱਗੇ ਹੀ ਪਾਰਟੀ ਪੂਰੀ ਇੱਕ ਹਾਸ਼ੀਏ ਤੇ ਲੱਗੀ ਹੋਈ ਹੈ ਤੇ ਇਹ ਬਿਲਕੁਲ ਹੀ ਇਸ ਤਰ੍ਹਾਂ ਦੀ ਹੋ ਜੂਗੀ ਜਿਵੇਂ ਫਿਰ ਅੱਜ ਕੱਲ੍ਹ ਅਸੀਂ ਸਿਮਰਨਜੀਤ ਸਿੰਘ ਮਾਨ ਵਾਲੀ ਪਾਰਟੀ ਦੀ ਗੱਲ ਕਰਦੇ ਹਾਂ, ਕਿਤੇ ਇਹਨਾਂ ਦਾ ਹਾਲ ਵੀ ਉਸ ਤਰ੍ਹਾਂ ਦਾ ਨਾ ਹੋ ਜੇ। ਸੋ ਮੈਨੂੰ ਇਹ ਨਹੀਂ ਲੱਗ ਰਿਹਾ ਕਿ ਇਹ ਜਿਹੜੀ ਐਨਡੀਏ ਦੀ ਮੀਟਿੰਗ 18 ਜੁਲਾਈ ਨੂੰ ਹੋਣੀ ਹੈ ਉਹਦੇ ਵਿੱਚ ਜਾਣਗੇ। ਐਨਡੀਏ ਵਾਸਤੇ ਅਦਰਵਾਈਜ਼ ਇਹ ਇੱਕ ਦਿੱਕਤ ਆ ਰਹੀ ਹੈ ਕਿਉਂਕਿ ਸੱਤਾ ਦੇ ਨਸ਼ੇ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ, ਜਦੋਂ 303 ਸੀਟਾਂ ਆਈਆਂ ਸੀ ਭਾਰਤੀ ਜਨਤਾ ਪਾਰਟੀ ਕੋਲੇ, ਤਾਂ ਉਹਨਾਂ ਨੇ ਬਹੁਤ ਸਾਰੇ ਆਪਣੇ ਜਿਹੜੇ ਪੁਰਾਣੇ ਮਤਲਬ ਸੀਗੇ ਭਾਈਵਾਲ, ਉਹਨਾਂ ਨੂੰ ਇੱਕ ਇੱਕ ਕਰਕੇ ਛਾਂਗਤਾ ਜਾਂ ਐਂ ਕਰ ਲਓ ਵੀ ਛਾਂਗਣ ਦੀ ਮਜਬੂਰ ਕਰਤਾ ਔਰ ਹਟਾ ਦੇ, ਚਾਹੇ ਉਹ ਸ਼ਿਵ ਸੈਨਾ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਹੋਰ ਵੀ ਕਈ ਏਦਾਂ ਦੇ ਨੇ ਜਿਹੜੇ ਹੁਣ ਉਹਨਾਂ ਨੇ ਨਾਲ ਲਈ ਹੈ। ਨਿਤਿਸ਼ ਕੁਮਾਰ ਦਾ ਇੱਕ ਵੱਡੀ ਜੇਡੀਐਸ ਵੀ ਹੈਗਾ, ਤੁਸੀਂ ਦੇਖੋ ਕਈ ਨੇ। ਪਰ ਹੁਣ ਜਦੋਂ ਸਾਰੀਆਂ ਪਾਰਟੀਆਂ ਕਾਂਗਰਸ ਜਾਂ ਹੋਰ ਇਹਨਾਂ ਝੰਡੇ ਤਲੇ ਇਕੱਠੀਆਂ ਹੋ ਰਹੀਆਂ ਨੇ, ਅਜੇ ਝੰਡਾ ਕਿਸੇ ਦਾ ਬਣਿਆ ਨਹੀਂ ਹੈ, ਲੇਕਿਨ ਕਿਉਂਕਿ ਕਾਂਗਰਸ ਸਭ ਤੋਂ ਵੱਡੀ ਪਾਰਟੀ, ਮੈਂ ਇਸ ਕਰਕੇ ਕਾਂਗਰਸ ਦਾ ਨਾਂ ਲਿਆ, ਉਹਨਾਂ 'ਚ ਇਕੱਠੀਆਂ ਹੋ ਰਹੀਆਂ ਨੇ, ਤਾਂ ਪਾਰਟੀ ਨੂੰ ਇੱਕ ਚਿੰਤਾ ਜ਼ਰੂਰ ਲੱਗੀ ਹੈ ਭਾਰਤੀ ਜਨਤਾ ਪਾਰਟੀ ਨੂੰ ਵੀ ਕਿਤੇ ਇਸ ਵਾਰੀ 2024 'ਚ ਸਾਡਾ ਦਾਉ ਪੁੱਠਾ ਨਾ ਪੈ ਜੇ। ਕਿਉਂਕਿ ਹੋਰ ਵੀ ਬਹੁਤ ਸਾਰੇ ਇਸ਼ੂਜ਼ ਨੇ, ਮਹਿੰਗਾਈ ਹੋਵੇ ਚਾਹੇ ਬੇਰੁਜ਼ਗਾਰੀ ਹੋਵੇ, ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਨਾਲ ਲੋਕ ਰੋਜ਼ ਹੀ ਮਤਲਬ ਮੁਸ਼ੱਕਤ ਕਰ ਰਹੇ ਹੈ, ਪਰ ਹਜੇ ਤੱਕ ਉਹ ਇਸ਼ੂ ਬਣੇ ਨਹੀਂ ਹੈਗੇ। ਪਰ ਜੇ ਕੋਈ ਵਿਰੋਧੀ ਧਿਰ ਇਹੋ ਜਿਹਾ ਇੱਕ ਸੰਗਠਨ ਖੜਾ ਕਰ ਲੈਂਦੀ ਹੈ ਜਿਹੜਾ ਮੋਦੀ ਦੇ ਬਰਾਬਰ ਟੱਕਰ ਦੇ ਸਕੇ, ਤਾਂ ਮੈਨੂੰ ਲੱਗਦਾ ਕਿ ਪਾਰਟੀ ਦੇ ਵਿੱਚ ਚਿੰਤਾ ਵਧਣੀ ਵਾਜਿਬ ਹੈ ਔਰ ਜਾਇਜ਼ ਵੀ ਹੈ। ਇਸ ਨੂੰ ਲੈ ਕੇ ਪਾਰਟੀ ਇੱਕ 18 ਤਰੀਕ ਨੂੰ ਮੀਟਿੰਗ ਕਰ ਰਹੀ ਹੈ। ਉਹਦੇ ਵਿੱਚ ਫਿਰ ਜਿਹੜੀਆਂ ਪੁਰਾਣੇ ਸੀਗੇ, ਜਿਵੇਂ ਸ਼ਿਵ ਸੈਨਾ ਹੈ,
ਹੁਣ ਸ਼ਿਵ ਸੈਨਾ ਤਾਂ ਉਹਨਾਂ ਨਾਲ ਨਹੀਂ ਆ ਰਹੀ, ਪਰ ਸ਼ਿਵ ਸੈਨਾ ਦਾ ਇੱਕ ਵੱਡਾ ਜਿਹੜਾ ਸ਼ਿੰਦੇ ਵਾਲਾ ਗਰੁੱਪ ਹੈ ਉਹਨੂੰ, ਇਸੇ ਤਰ੍ਹਾਂ ਹੀ ਐਨਸੀਪੀ ਵਾਲਾ ਵੱਡਾ ਗਰੁੱਪ ਹੈ ਉਹਨੂੰ ਇਹ ਲੈ ਕੇ ਮੀਟਿੰਗ ਅੱਜ ਕਰ ਰਹੇ ਆ। ਇਸ ਤਰ੍ਹਾਂ ਹੀ ਚਿਰਾਗ ਪਾਸਵਾਨ ਲੋਕ ਜਨਸ਼ਕਤੀ ਪਾਰਟੀ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਦੁਬਾਰਾ ਲਿਆ ਕੇ ਇੱਕ ਵੱਡਾ ਮੈਸੇਜ ਦੇਣਾ ਚਾਹੁੰਦੇ ਆ ਕਿ ਨਹੀਂ, ਹਜੇ ਵੀ ਜਿਹੜੀ ਐਨਡੀਏ ਬਹੁਤ ਮਜ਼ਬੂਤ ਸਥਿਤੀ 'ਚ ਹੈ, ਲੋਕਾਂ ਨੂੰ ਭਰੋਸਾ ਕਰਨਾ ਚਾਹੀਦਾ ਇਸ ਤੇ। ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਬੀਜੇਪੀ ਦੇ ਵਿੱਚ ਬੁਖਲਾਹਟ ਵੀ ਹੈ। ਇਸ ਤਰ੍ਹਾਂ ਨਹੀਂ ਹੈ ਕਿ ਬੀਜੇਪੀ ਲਈ ਐਸੀ ਕੋਈ ਕੇਕ ਵਾਕ ਵਾਂਗੋਂ ਸੱਤਾ ਆ ਜਾਣੀ ਹੈ। ਮੈਨੂੰ ਲੱਗ ਰਿਹਾ ਕਿ ਐਤਕੀ ਥੋੜਾ ਜਿਹਾ ਉਹਨਾਂ ਨੂੰ ਲੱਗ ਰਿਹਾ ਹੈ ਕਿ ਐਤਕੀ ਕੇਕ ਵਾਕ ਨਹੀਂ ਹੈ, ਮਸ਼ੱਕਤ ਵੱਡੀ ਕਰਨੀ ਪੈਣੀ ਹੈ। ਇਸ ਕਰਕੇ ਜਿਹੜੇ ਪੁਰਾਣੇ ਸਾਥੀ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਲਿਆਇਆ ਜਾ ਰਿਹਾ ਹੈ। ਅਕਾਲੀ ਦਲ ਦੇ ਉੱਤੇ ਵੀ ਹੈ ਪ੍ਰੈਸ਼ਰ, ਅਕਾਲੀ ਦਲ ਦੇ ਉੱਤੇ ਵੀ ਹੈ ਔਰ ਵੱਡੀ ਲੀਡਰਸ਼ਿਪ ਚਾਹੁੰਦੀ ਵੀ ਹੈ, ਪਰ ਮੈਨੂੰ ਲੱਗਦਾ ਕਿ ਜਿਹੜੇ ਥੱਲੇ ਹੈਗੇ ਆ ਵਰਕਰ ਲੈਵਲ ਦੇ ਜਾਂ ਸੈਕੰਡ ਲੀਡਰਸ਼ਿਪ ਹੈ ਉਹ ਆਪਣੀ ਆਇਡੈਂਟੀਟੀ ਵੀ ਬਚਾਉਣਾ ਚਾਹੁੰਦੀ ਹੈ ਔਰ ਆਪਣਾ ਇੱਕ ਰੁਤਬਾ ਵੀ ਬਣਾ ਕੇ ਰੱਖਣਾ ਚਾਹੁੰਦੀ ਹੈ। ਕਿਉਂਕਿ ਜਦੋਂ ਗੱਲਾਂ ਚੱਲ ਰਹੀਆਂ ਨੇ ਵੀ ਭਾਰਤੀ ਜਨਤਾ ਪਾਰਟੀ ਕਿ 3 ਸੀਟਾਂ ਤੇ ਫਿਰ ਨਹੀਂ ਲੜੇਗੀ, 5 ਜਾਂ 6 ਤੇ ਲੜੇਗੀ, ਤਾਂ ਫਿਰ ਜੇ ਤੁਸੀਂ ਇੰਨੀ ਜ਼ਿਆਦਾ ਸੀਟਾਂ ਉਹਨਾਂ ਨੂੰ ਦੇ ਰਹੇ ਹੋ ਫਿਰ ਤੁਹਾਡੇ ਪੱਲੇ ਵੀ ਕੀ ਬਚਦਾ ਹੈ। ਸੋ ਮੈਨੂੰ ਨਹੀਂ ਲੱਗ ਰਿਹਾ ਕਿ ਸੁਖਬੀਰ ਬਾਦਲ, ਕਿਉਂਕਿ ਜੋ ਪ੍ਰੈਸ਼ਰ ਬਹੁਤ ਹੈ, ਤੁਸੀਂ ਦੇਖਿਆ ਹੋਣਾ ਲਗਾਤਾਰ ਹੁਣ ਉਹਨਾਂ ਦੇ ਲੀਡਰਾਂ ਨੇ ਨਿਕਲਣਾ ਸ਼ੁਰੂ ਕਰਤਾ ਹੈ, ਪਿੰਡ ਲੈਵਲ ਤੇ ਜਾਣ ਲੱਗ ਗਏ। ਚੰਦੂ ਮਾਜਰਾ ਹੋਰਾਂ ਨੇ ਤਾਂ ਕੱਲ ਅਨੰਦਪੁਰ ਸਾਹਿਬ ਦੇ ਵਿੱਚ ਰੱਖ ਹੀ ਲਿਆ ਆਪਣੇ ਪ੍ਰੋਗਰਾਮ। ਸੋ ਇਹ ਮੈਨੂੰ ਲੱਗਦਾ ਕਿ ਪ੍ਰੈਸ਼ਰ ਉੱਥੋਂ ਆ ਰਿਹਾ ਹੈ ਜਿਹਨੂੰ ਉਹ ਝੇਲ ਨਹੀਂ ਪਾਉਂਦੇ। ਭਾਸਕਰ ਸਾਹਿਬ, ਗੁਰਦਾਸ ਮਾਨ ਦਾ ਗੀਤ ਹੈ, ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ, ਬੱਲੇ ਉਹ ਚਲਾਕ ਸੱਜਣਾ। ਜਦੋਂ ਭਾਰਤੀ ਜਨਤਾ ਪਾਰਟੀ ਐਨਡੀਏ ਦੇ ਵਿੱਚ ਉਧਵ ਠਾਕਰੇ ਨਾਲ ਜਾਂਦੀ ਆ ਤੇ ਅੱਖ ਮਟੱਕਾ ਰਾਜ ਠਾਕਰੇ ਨਾਲ ਵੀ ਕਰਦੀ ਹੈ। ਇਹ ਪੁਰਾਣੇ ਗੱਠਜੋੜ ਸੀਗੇ ਬਾਲ ਠਾਕਰੇ ਦੇ ਵੇਲੇ ਦੇ। ਸੋ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ, ਹੁਣ ਸ਼ਿੰਦੇ ਗਰੁੱਪ ਜਾਊਗਾ। ਇਸੇ ਤਰੀਕੇ ਨਾਲ ਕਦੇ ਮੋਦੀ ਸਾਹਿਬ ਸਭ ਤੋਂ ਸਿਆਣਾ ਲੀਡਰ ਦੱਸਦੇ ਸੀਗੇ ਸ਼ਰਦ ਪਵਾਰ ਨੂੰ, ਤੇ ਹੁਣ ਉਹਨਾਂ ਦੇ ਭਤੀਜੇ ਅਜੀਤ ਪਵਾਰ ਨਾਲ ਜਾਣਗੇ। ਸੋ ਸਵਾਲ ਇਸ ਗੱਲ ਦਾ ਵੀ ਹੈ ਕਿ ਯਾਰੀ ਬਾਦਲਾਂ ਨਾਲ ਤੇ ਕੀ ਮੀਟਿੰਗ 'ਚ ਢੀਂਡਸਾ ਨੂੰ ਸ਼ਾਮਲ ਕਰ ਲੈਣਗੇ ਪ੍ਰੈਸ਼ਰ ਬਣਾਉਣ ਲਈ? ਕਿਉਂਕਿ ਇੰਝ ਹੀ ਆ ਨਾ ਫਿਰ ਕਿ ਜਿੱਥੇ ਅਸੀਂ ਆਉਂਦੇ ਆ ਖੁੱਲ ਕੇ ਨੱਚਦੇ ਆ। ਕਦੇ ਚੁਟਾਲਿਆਂ ਨਾਲ ਯਾਰੀ ਸੀ, ਉਹ ਚੁਟਾਲੇ ਤਾਂ ਹੁਣ ਪਾਸੇ ਰਹਿ ਗਏ। ਜੇਜੇਪੀ ਭਾਵੇਂ ਪਰਿਵਾਰਕ ਮਾਮਲੇ ਨੇ, ਫਿਰ ਜਦੋਂ ਲੋੜ ਪਵੇ ਵੱਡੀ ਗੱਲ ਨਹੀਂ ਹੁੰਦੀ ਕਿ ਪਰਿਵਾਰ ਚੋਂ ਹੀ ਕੋਈ ਜੀ ਤੋੜ ਕੇ ਲੈ ਜਾਣ। ਹਾਸੇ ਠੱਠੇ ਨੇ, ਸਿਆਸਤ ਹੈ, ਸਿਆਸਤ ਤੇ ਪਿਆਰ 'ਚ ਸਭ ਜਾਇਜ਼ ਹੁੰਦਾ, ਜਿੱਦਾਂ ਕਹਿੰਦੇ ਜੰਗ ਤੇ ਪਿਆਰ 'ਚ ਸਭ ਜਾਇਜ਼ ਹੁੰਦਾ। ਭਾਸਕਰ ਸਾਹਿਬ, ਐਨਡੀਏ ਦਾ ਮੌਜੂਦਾ ਮਹਾਂਦਰਾ, ਨਵੇਂ ਲੋਕ ਜਦੋਂ ਮੋਦੀ ਸਾਹਿਬ ਦੇ ਸਾਹਮਣੇ ਬੈਠਣਗੇ, ਕਦੇ ਪਾਸਵਾਨ, ਵੱਡੇ ਪਾਸਵਾਨ, ਚਲੋ ਉਹ ਬਿਹਾਰ ਦੇ ਵਿੱਚੋਂ ਬਹੁਤ ਛੋਟਾ ਹਿੱਸਾ ਲੈ ਕੇ ਆਉਂਦੇ ਸੀ, ਨਤੀਸ਼ ਹੁੰਦੇ ਸੀ, ਤੇ ਅੱਜ ਉੱਥੋਂ ਚਿਰਾਗ ਪਾਸਵਾਨ ਹੋਣਗੇ। ਮੈਨੂੰ ਤਾਂ ਇਹ ਤਸਵੀਰ ਬੜੀ ਸੋਹਣੀ ਲੱਗ ਰਹੀ ਆ। ਤੇ ਹੁਣ ਸੁਖਬੀਰ ਬਾਦਲ ਦੀ ਜਗ੍ਹਾ ਕਿਤੇ ਢੀਂਡਸਾ ਹੋਣਗੇ, ਤੇ ਢੀਂਡਸਾ ਸਾਹਿਬ ਨੂੰ ਤਾਂ ਬੀਜੇਪੀ 'ਚ ਸ਼ਾਮਲ ਕਰਨ ਦੀ ਵੀ ਉਹਨਾਂ ਦੀ ਮਨ ਹੋਊਗਾ। ਇਹ ਪ੍ਰੈਸ਼ਰ ਹੋਣਗੇ 24 ਦੀ ਇਲੈਕਸ਼ਨ ਤੋਂ ਪਹਿਲਾਂ। ਸੁਖਬੀਰ ਬਾਦਲ ਬਹੁਤੀ ਦੇਰ ਮੁਨਕਰ ਹੋ ਨਹੀਂ ਸਕਦੇ। ਮੈਨੂੰ ਲੱਗਦਾ ਕਿ ਜਲੰਧਰ, ਲੁਧਿਆਣਾ ਤੇ ਪਟਿਆਲਾ ਨਾ ਕਰਦੇ ਦੇਣੀਆਂ ਪੈਣੀਆਂ ਜੇ ਇਕੱਠੇ ਤੁਰਨਾ। ਉਂਝ ਹੋਣ ਦੀ ਲੜਾਈ ਆ, ਲੜਾਈ ਲੜਨ ਵੇਲੇ ਨਹੀਂ ਵੇਖਿਆ ਜਾਂਦਾ ਨੁਕਸਾਨ ਕਿੰਨੇ ਹੋਏ। ਲੜਾਈਆਂ ਦੇ ਵਿੱਚ ਜਿੱਤਾਂ ਲਈ ਲੜਨ ਵਾਲੇ ਹਮੇਸ਼ਾ ਹਾਰਨ ਦੇ ਖਤਰਿਆਂ ਦੇ ਸਾਹਮਣੇ ਹੁੰਦੇ ਆ, ਪਰ ਆਪਣੀ ਹੋਂਦ ਲਈ ਲੜਨ ਵਾਲੇ ਹਮੇਸ਼ਾ ਜੇਤੂ ਹੋ ਕੇ ਨਿਕਲਦੇ ਆ। ਅਕਾਲੀ ਦਲ ਹੋਂਦ ਲਈ ਨਹੀਂ, ਜਿੱਤਣ ਲਈ ਲੜਨਾ ਚਾਹੁੰਦਾ ਹੈ। ਇਹਨਾਂ ਲੜਾਈਆਂ ਚੋਂ ਕੀ ਕੁਝ ਨਿਕਲੂਗਾ? ਰੰਧਾਵਾ ਜੀ, ਤੁਸੀਂ ਗੱਲ ਪਿਆਰ ਦੀ ਕੀਤੀ ਔਰ ਪੋਲੀਟੀਕਲ ਪਿਆਰ ਦੀ ਗੱਲਾਂ ਅਸੀਂ ਕਰਨ ਲੱਗੇ ਹਾਂ। ਕੋਈ ਸ਼ਰਤ ਨਹੀਂ ਹੋਤੀ ਪਿਆਰ ਮੇਂ, ਮਗਰ ਪਿਆਰ ਸ਼ਰਤੋਂ पे हमने किया। ਇਹ ਜਿਹੜੀ ਗੱਲਾਂ ਹੈਗੀਆਂ, ਪੋਲੀਟੀਕਲ ਪਿਆਰ ਸ਼ਰਤਾਂ ਤੇ ਹੀ ਵੱਧਦਾ ਹੈ। ਹੁਣ ਐਨਡੀਏ 2019 ਦੀ ਉਹ ਫਰੇਮ ਦੇਖ ਲਓ ਐਨਡੀਏ ਦਾ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਸੀਗੇ, ਟੀਡੀਪੀ ਦੇ ਤੇਲਗੂ ਦੇਸਮ ਵੀ ਸੀਗੇ, ਰਾਮ ਵਿਲਾਸ ਪਾਸਵਾਨ ਉਹਨਾਂ ਵੀ ਸ਼ਾਇਦ ਸੀਗੇ ਉਸ ਟਾਈਮ, ਜਾਂ ਚਿਰਾਗ ਪਾਸਵਾਨ ਸੀਗੇ, ਨੀਤੀਸ਼ ਕੁਮਾਰ ਵੀ ਸੀਗੇ, ਔਰ ਕਾਫੀ ਸਾਰੇ ਲੋਕ ਸੀਗੇ, ਈਵਨ ਉद्धਵ ਠਾਕਰੇ ਵੀ ਸੀਗੇ। ਹੁਣ ਨਵਾਂ ਫਰੇਮ ਤਿਆਰ ਕਰ ਰਹੇ ਨੇ ਜੁਲਾਈ 18 ਨੂੰ। ਜੁਲਾਈ 18 ਨੂੰ ਉਸ ਫਰੇਮ ਦੇ ਵਿੱਚ ਕੌਣ ਹੋਣਗੇ? ਉद्धਵ ਠਾਕਰੇ ਵਾਲੀ ਸ਼ਿਵ ਸੈਨਾ ਅੱਧੀ, ਯਾਨੀ ਸ਼ਿੰਦੇ ਦੇ ਨਾਂ ਤੇ ਹੁਣ ਉਹ ਉਸ ਫਰੇਮ ਦੇ ਵਿੱਚ ਫਿੱਟ ਹੋ ਗਏ। ਐਨਸੀਪੀ ਦੇ ਜਿਹੜੇ ਅਜੀਤ ਪਵਾਰ ਨੇ ਹੁਣ ਉਸ ਫਰੇਮ ਵਿੱਚ ਹੋਣਗੇ। ਹਮ ਯਾਨੀ ਜਤਿਨ ਕੁਮਾਰ ਮਾਂਝੀ, ਜਿਹੜੇ ਨੀਤੀਸ਼ ਕੁਮਾਰ ਉਹਨਾਂ ਦੇ ਬੜੇ ਖਾਸ ਹੁੰਦੇ ਸੀਗੇ, ਬਾਅਦ ਚੋਂ ਦੁਸ਼ਮਣ ਬਣੇ, ਫਿਰ ਪਿਆਰ ਵਧਿਆ, ਤੇ ਹੁਣ ਆਮ ਆਦਮੀ ਪਾਰਟੀ ਜਿਹੜੇ ਐਨਡੀਏ ਦੇ ਫਰੇਮ ਦੇ ਵਿੱਚ ਉਹ ਵੀ ਆਣਗੇ। ਉਸ ਤੋਂ ਇਲਾਵਾ ਟੀਡੀਪੀ ਤੇਲਗੂ ਦੇਸਮ ਦੇ ਵੀ ਆਉਣ ਦੀ ਉਮੀਦ ਹੈ। ਕੁਝ ਤੇ ਗੱਲਾਂ ਪਿਛਲੇ ਦਿਨਾਂ ਦੇ ਵਿੱਚ ਚੱਲ ਰਹੀ ਸੀ। 10 ਦਿਨਾਂ ਦੇ ਵਿੱਚ ਜੇ ਪੰਜਾਬ ਦੀ ਗੱਲ ਕਰੀਏ, 10 ਦਿਨਾਂ ਦੇ ਵਿੱਚ ਯੂਸੀਸੀ ਦੀ ਗੱਲ ਜਿੱਦਾਂ ਹੀ ਛੇੜੀ ਗਈ, ਤਦ ਆਮ ਆਦਮੀ ਪਾਰਟੀ ਨੇ ਤੇ ਉਹਨੂੰ ਕਰਤਾ ਅਪੋਜ਼ ਸੰਦੀਪ ਪਾਠਕ ਦੇ ਬਿਆਨ ਦੇ ਬਾਅਦ, ਔਰ ਅਕਾਲੀ ਦਲ ਨੇ ਸਪੋਰਟ ਕਰਤਾ ਉਹਨਾਂ ਨੂੰ, ਆਮ ਆਦਮੀ ਪਾਰਟੀ ਨੇ,
ਔਰ ਅਕਾਲੀ ਦਲ ਨੇ ਪੈਂਦੇ ਸੱਟੇ ਇਹ ਕਹਿਤਾ ਵੀ ਅਸੀਂ ਤੇ ਇਹਦਾ ਕਰਦੇ ਆ ਵਿਰੋਧ। ਡਾਕਟਰ ਦਲਜੀਤ ਚੀਮਾ ਉਹਨਾਂ ਦਾ ਇਹ ਬਿਆਨ ਆਇਆ। ਉਸ ਤੋਂ ਬਾਅਦ ਉਹੀ ਅਕਾਲੀ ਦਲ ਨੇ ਇੱਕ ਸਬ ਕਮੇਟੀ ਬਣਾਤੀ ਕਿ UCC ਦੇ ਮੁੱਦੇ ਤੇ ਅਸੀਂ ਗੱਲ ਕਰਾਂਗੇ। ਉਹ ਤਦ ਜਦ ਅਕਾਲੀ ਦਲ ਦੇ ਤੇ ਭਾਜਪਾ ਦੇ ਅਲਾਈਅੰਸ ਦੀ ਗੱਲ ਤੁਰਦੀ ਸੀ ਔਰ ਸਿਖਰ ਤੇ ਸੀ, ਔਰ ਇਸ ਤਰ੍ਹਾਂ ਦੀ ਸੰਭਾਵਨਾ ਸੀ ਵੀ ਅੱਜ ਕੱਲ ਦੇ ਵਿੱਚ ਇਹ ਅਲਾਈਅੰਸ ਹੋ ਜਾਣਾ ਹੈ। ਉਸ ਅਲਾਈਅੰਸ ਦੀ ਸੰਭਾਵਨਾ ਜਦ ਮਾੜੀ ਮੋਟੀ ਜੀ ਵੀ ਘੱਟ ਹੋਈ ਤੇ ਫਿਰ ਕੱਲ SGPC ਨੇ ਕਹਿਤਾ UCC ਦਾ ਅਸੀਂ ਵਿਰੋਧ ਕਰਾਂਗੇ। ਸਿਰਸਾ ਉਹਨਾਂ ਦਾ ਉਹ ਬਿਆਨ ਕਿਸ ਆਧਾਰ ਦੇ ਉੱਤੇ ਤੁਸੀਂ ਇਹਦਾ ਵਿਰੋਧ ਕਰ ਰਹੇ ਹੋ, ਡਰਾਫਟ ਤੇ ਦਿਖਾਓ। ਉਹ ਡਰਾਫਟ ਜਿਹੜਾ ਲਾ ਕਮਿਸ਼ਨ ਨੇ ਹਜੇ ਤੱਕ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਨਹੀਂ ਆਇਆ, ਤੁਸੀਂ ਵਿਰੋਧ ਵਾਸਤੇ ਵਿਰੋਧ ਕਰ ਰਹੇ ਹੋ। ਇੱਥੇ ਤੱਕ ਕਹਿ ਗਏ ਸਿਰਸਾ ਸਾਹਿਬ, ਕਿਉਂਕਿ ਹੁਣ ਭਾਜਪਾ ਤੁਹਾਡੇ ਨਾਲ ਅਲਾਈਅੰਸ ਨਹੀਂ ਕਰਦੀ, ਇਸ ਕਰਕੇ ਤੁਸੀਂ ਏਦਾਂ ਦਾ ਬਿਆਨ ਦੇ ਰਹੇ ਹੋ। ਗੱਲਾਂ ਦਾ ਦੌਰ ਕਾਫੀ ਅੱਗੇ ਤੱਕ ਵੱਧ ਚੁੱਕਿਆ ਹੈ। ਹੁਣ ਅਕਾਲੀ ਦਲ ਜਾਂ TDP ਇਸ ਫਰੇਮ ਦੇ ਵਿੱਚ ਜੁਲਾਈ 18 ਨੂੰ ਨਜ਼ਰ ਆਏਗਾ ਨਹੀਂ ਆਏਗਾ, ਇਹਦੇ ਉੱਤੇ ਕਹਿੰਦੇ ਡਿਸਕਸ਼ਨ ਅੰਦਰ ਲੈਵਲ ਤੇ ਚੱਲ ਰਹੀ ਹੈ। ਔਰ ਇੱਕ ਤਰੀਕੇ ਨਾਲ ਇਹ ਡੈਡਲਾਈਨ ਵੀ ਹੈ। ਜਿਹੜੀ ਸ਼ਰਤਾਂ ਰੱਖੀਆਂ ਹੋਣਗੀਆਂ ਭਾਵੇਂ ਭਾਜਪਾ ਨੇ ਜਾਂ ਅਕਾਲੀ ਦਲ ਨੇ, ਉਹਨਾਂ ਸ਼ਰਤਾਂ ਦੇ ਵਿੱਚ ਗੱਲਬਾਤ ਕਰਨ ਦਾ 7 ਦਿਨ ਦਾ ਇੱਕ ਗੈਪ ਰੱਖਿਆ ਗਿਆ ਹੈ। ਇਸ 7 ਦਿਨ ਦੇ ਵਿੱਚ ਗੱਲ ਮੁੱਕਦੀ ਹੈ ਤੇ ਠੀਕ ਹੈ, ਨਹੀਂ ਤੇ ਫਿਰ NDA ਉਸ ਫਰੇਮ ਤੋਂ ਅੱਗੇ ਵਧੇਗਾ ਜਿਹੜਾ ਜੁਲਾਈ 18 ਤੋਂ ਵਧਣਾ ਹੈ, ਔਰ ਅਕਾਲੀ ਦਲ ਦੇ ਨਾਲ ਅਲਾਈਅੰਸ ਦੀ ਸੰਭਾਵਨਾਵਾਂ ਹੋਰ ਘੱਟ ਹੋ ਜਾਣਗੀਆਂ। ਹੁਣ ਕਈ ਵਾਰ ਹੁੰਦਾ ਹੈ ਕਿ ਬਈ ਅਸੀਂ ਆਪਣੀ ਸ਼ਰਤ ਰੱਖੀਏ, ਉਹ ਆਪਣੀ ਸ਼ਰਤ ਰੱਖਣ, ਅਸੀਂ ਵਿੱਚ ਵਿਚਾਲੇ ਵਾਲੀ ਗੱਲ ਕਰੀਏ, ਕੌਣ ਭਾਰੂ ਕੌਣ ਨੀਚੇ, ਕੌਣ ਥੱਲੇ ਕੌਣ ਉੱਤੇ, ਇਹ ਸਾਰੀ ਗੱਲਾਂ ਅਕਾਲੀ ਦਲ ਦੇ ਵਿੱਚ ਚੱਲ ਰਹੀਆਂ। ਪਰ ਦੋਨੋਂ ਹੀ ਪਾਰਟੀਆਂ ਸਿਰੇ ਤੋਂ ਇਨਕਾਰ ਕਰਨ ਲੱਗ ਗਈਆਂ ਪਿਛਲੇ 2-3 ਦਿਨਾਂ ਤੋਂ ਕਿ ਨਹੀਂ, ਅਕਾਲੀ ਦਲ ਨਾਲ ਭਾਜਪਾ ਦਾ ਕੋਈ ਅਲਾਈਅੰਸ ਨਹੀਂ ਹੋਏਗਾ। ਇਹ ਕਹਿੰਦੇ ਨੇ ਰੂਪਾਨੀ ਸਾਹਿਬ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਉਹ ਵੀ ਇਹ ਗੱਲ ਕਹਿਣ ਲੱਗ ਗਏ ਨੇ ਕਿ ਸਾਡੀ ਤਾਂ ਕੋਈ ਗੱਲ ਹੀ ਨਹੀਂ ਚੱਲੀ, ਸਾਡੀ ਤਾਂ ਕੋਈ ਹੋਈ ਨਹੀਂ ਗੱਲ। ਔਰ ਉਸ ਮੁੱਦੇ ਦੇ ਉੱਤੇ 2 ਮੀਟਿੰਗਾਂ ਕਰਨ ਦੇ ਬਾਵਜੂਦ ਵੀ ਉਹ ਸ਼੍ਰੋਮਣੀ ਅਕਾਲੀ ਦਲ ਔਰ NDA ਦੇ ਅਲਾਈਅੰਸ ਦੇ ਬਾਰੇ ਜਾਂ BJP ਦੇ ਅਲਾਈਅੰਸ ਦੇ ਬਾਰੇ ਬਿਲਕੁਲ ਸਿਰੇ ਤੋਂ ਇਨਕਾਰ ਕਰ ਰਹੇ ਨੇ ਕਿ ਕਦੀ ਗੱਲਬਾਤ ਹੋਈ ਨਹੀਂ। ਹੁਣ ਦੇਖੋ ਹਫਤੇ ਦੇ ਅੰਦਰ ਕੋਈ ਬਦਲਾਵ ਆਉਂਦਾ, ਕੋਈ ਅੱਗੇ ਗੱਲ ਤੁਰਦੀ ਹੈ। ਜੁਲਾਈ 18 ਵਾਲੇ ਫਰੇਮ ਦੇ ਵਿੱਚ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਉੱਥੇ ਨਜ਼ਰ ਆਉਂਦੇ ਨੇ। ਇਹ ਹਜੇ 18 ਤਰੀਕ ਨੂੰ ਪਤਾ ਲੱਗੇਗਾ, ਪਰ ਇਸ ਤੋਂ ਪਹਿਲੇ ਇਹ ਗੱਲਾਂ ਹੁਣ ਸਿਖਰ ਤੇ ਜ਼ਰੂਰ ਚਲੇਗੀ। ਇਹ ਤਾਂ ਨੈਚੁਰਲ ਜੀ ਗੱਲ ਹੈ ਕਿ ਜੇਕਰ ਗੱਲਬਾਤ ਦੇ ਮੁੱਢਲੇ ਪੜਾਅ ਦੇ ਵਿੱਚ ਜਿੱਥੇ BJP 50% ਸੀਟਾਂ ਮੰਗਦੀ ਆ, ਐਸੀ ਕਨਸੋ ਹੈ, ਜੇਕਰ ਇਸ ਸਥਿਤੀ ਦੇ ਵਿੱਚ ਬਿਨਾਂ ਕੋਈ ਗੱਲ ਸਿਰੇ ਲੱਗਿਆ ਅਕਾਲੀ ਦਲ ਦਾ ਕੋਈ ਨੁਮਾਇੰਦਾ ਉਸ ਮੀਟਿੰਗ 'ਚ ਹਾਜ਼ਰ ਹੋ ਜਾਂਦਾ, ਤਾਂ ਇਹਦਾ ਮਤਲਬ ਹੈ ਕਿ ਇਸ ਸਥਿਤੀ ਦੇ ਵਿੱਚ ਅਕਾਲੀ ਦਲ ਨੂੰ ਨੁਕਸਾਨ ਹੋਊਗਾ ਕਿ ਉਹ BJP ਦੀ ਲਾਈਨ ਟੋ ਕਰ ਰਿਹਾ, ਔਰ ਉਹਦਾ ਜਨਤਾ ਦੇ ਵਿੱਚ ਮੈਸੇਜ ਵੀ ਉਵੇਂ ਹੀ ਜਾਊਗਾ ਕਿ ਇਹ ਤਾਂ ਐਵੇਂ ਮੂੰਹ ਰੱਖਣੀਆਂ ਸੀ, ਨਾ ਤਾਂ ਐਵੇਂ ਸੀ, ਅਦਰਵਾਈਜ਼ ਇਹ ਅੰਦਰੋਂ ਇਕੱਠਿਆ। ਇਸ ਕਰਕੇ ਅਕਾਲੀ ਦਲ ਇਹ ਤੋਂ ਬਚਣ ਦਾ ਯਤਨ, ਹਰ ਸੰਭਵ ਯਤਨ ਕਰੂਗਾ ਕਿ ਉਹ ਕੋਈ ਸੁਨੇਹਾ ਇਹੋ ਜਿਹਾ ਨਾ ਜਾਵੇ। ਪਰ ਇੱਥੇ ਇੱਕ ਵੇਖਣ ਵਾਲੀ ਗੱਲ ਆ ਕਿ ਵਿਰੋਧੀਆਂ 'ਚ ਵੀ ਸਭ ਅੱਛਾ ਨਹੀਂ ਹੈ। ਕੇਜਰੀਵਾਲ ਸਾਹਿਬ ਨੇ ਕੱਲ ਫੇਰ ਇੱਕ ਵਾਰੀ ਕਿਹਾ ਕਿ ਕਾਂਗਰਸ ਮੈਨੂੰ ਆਰਡੀਨੈਂਸ ਦੇ ਮੁੱਦੇ ਤੇ ਅਜੇ ਕੁਝ ਨਹੀਂ ਦੱਸ ਰਹੀ। ਮੈਂ ਇੱਕ ਵਾਰੀ ਫੇਰ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਆਪਣੀ ਸਥਿਤੀ ਸਪਸ਼ਟ ਕਰਨ। ਖੈਰ ਮੈਂ ਇੱਥੋਂ ਅੱਗੇ ਵਧਾਉਣਾ ਹੈ ਗੱਲ ਨੂੰ। ਇੰਦਰਪ੍ਰੀਤ ਜੀ, ਆਪਾਂ ਦੇਸ਼ ਦੀ ਪੋਲਿਟਿਕਸ ਨੂੰ ਆਪਣੇ ਦਰਸ਼ਕਾਂ ਸਰੋਤਿਆਂ ਲਈ ਛੱਡ ਦਿੰਦੇ ਆ, ਕਿਉਂਕਿ ਉਹ ਸਾਡੇ ਨਾਲੋਂ ਸਿਆਣੇ ਨੇ, ਸਮਝਦਾਰ ਨੇ। ਬੜੀ ਉੱਚੀ ਉਡਾਰੀ ਆ ਸੋਚ ਦੀ ਸਾਨੂੰ ਸੁਣਨ ਵਾਲਿਆਂ ਦੀ। ਕਈ ਵਾਰੀ ਮੈਂ ਦੇਖਦਾ ਸ਼ੀਸ਼ੇ ਦੇ ਰੂਪ ਵਿੱਚ ਵੇਖਦਾ ਹੁੰਦਾ ਕਿ ਜਦੋਂ ਕਮੈਂਟ ਰੂਪ ਦੇ ਵਿੱਚ ਜਾਂ ਅਦਰਵਾਈਜ਼ ਸੁਨੇਹੇ ਆ ਰਹੇ ਹੁੰਦੇ ਆ ਤੇ ਅਸੀਂ ਬਹੁਤ ਬੌਣੇ ਹੁੰਦੇ ਆ, ਸਾਨੂੰ ਸੁਣਨ ਵਾਲਿਆਂ ਦੀ ਸਮਝ ਸਾਡੇ ਨਾਲੋਂ ਬਹੁਤ ਵਸੀਹ ਹੁੰਦੀ ਆ। ਫਰਕ ਸਿਰਫ ਇੰਨਾ ਹੁੰਦਾ ਹੈ ਕਿ ਅਸੀਂ ਕਿਸੇ ਖਬਰ ਦੇ ਨਾਲ ਜੁੜੇ ਲੋਕਾਂ ਤੱਕ ਪਹੁੰਚ ਕਰਦੇ ਆ, ਅਸੀਂ ਕਿਸੇ ਖਬਰ ਨਾਲ ਜੁੜੇ ਹਰ ਐਂਗਲ ਨੂੰ ਸਮਝਣ ਦਾ ਯਤਨ ਕਰਦੇ ਆ, ਤੱਥਾਂ ਤੇ ਜਾ ਕੇ, ਕਾਗਜ਼ਾਂ ਤੇ ਜਾ ਕੇ, ਬੰਦਿਆਂ ਨਾਲ ਗੱਲਬਾਤ ਕਰਕੇ। ਫਰਕ ਸਿਰਫ ਇੰਨਾ ਹੈ। ਪਰ ਕਈ ਵਾਰੀ ਉਹ ਸਾਡੇ ਸਾਰੇ ਐਫਰਟਸ ਦੇ ਬਾਵਜੂਦ ਸਾਡੇ ਦਰਸ਼ਕ ਸਰੋਤੇ ਪਿਆਰੇ ਉਹ ਸਾਡੇ ਨਾਲੋਂ ਬਿਹਤਰ ਸਮਝ ਵਾਲੇ ਮੈਨੂੰ ਲੱਗ ਰਹੇ ਹੁੰਦੇ ਆ। ਖੈਰ ਆਪਾਂ ਇਹ ਪੂਰੀ ਰਾਜਨੀਤੀ ਨੈਸ਼ਨਲ ਪੱਧਰ ਦੀ ਉਹਨਾਂ ਤੇ ਛੱਡ ਦਿੰਦੇ ਆ, ਅਸੀਂ ਚੱਲਦੇ ਆ ਪੰਜਾਬ ਦੇ ਵਿੱਚ। ਮੁੱਖ ਮੰਤਰੀ ਨੇ ਕੱਲ ਇੱਕ ਟਵੀਟ ਕਰਕੇ ਸੋਸ਼ਲ ਮੀਡੀਆ ਤੇ ਪੋਸਟ ਲਿਖ ਕੇ ਵੰਡਰ ਸਾਹਿਬ ਨੂੰ, ਡਾਕਟਰ ਗੁਰਪ੍ਰੀਤ ਸਿੰਘ ਵੰਡਰ, ਜਿਹੜੇ ਰੁਸਵਾ ਮਹਿਸੂਸ ਕਰਦੇ ਸੀ ਕਿ ਮੈਨੂੰ ਵਾਈਸ ਚਾਂਸਲਰ ਲਾਇਆ ਬਾਬਾ ਫਰੀਦ ਦਾ ਔਰ ਮੇਰੀ ਰੁਸਵਾਈ ਹੋ ਗਈ, ਉਹਦੇ ਤੇ ਸਿਆਸਤ ਹੋ ਗਈ, ਉਹ ਪਿੱਛੇ ਹਟ ਕੇ ਹੁਣ ਉਹਦੇ ਤੋਂ ਵੀ ਉੱਪਰਲਾ ਅਹੁਦਾ ਕਿ ਵਾਈਸ ਚਾਂਸਲਰ ਵੀ ਬੋਰਡ ਆਫ ਮੈਨੇਜਮੈਂਟ ਦੇ ਥੱਲੇ ਆਉਂਦਾ, ਉਹਨੂੰ ਜਵਾਬ ਦੇ ਆ। ਸੋ ਡਾਕਟਰ ਗੁਰਪ੍ਰੀਤ ਵੰਡਰ ਦਾ ਸਨਮਾਨ ਵਧਾਤਾ ਮੁੱਖ ਮੰਤਰੀ ਨੇ। ਜਿਹਨੂੰ ਨਾ ਕੀਤੀ ਸੀ ਗਵਰਨਰ ਨੇ, ਉਹਨੂੰ ਉਸ ਤੋਂ ਵੀ ਵੱਡਾ ਰੁਤਬਾ ਦੇ ਕੇ ਕਿ ਮੁੱਖ ਮੰਤਰੀ ਨੇ ਗਵਰਨਰ ਨੂੰ ਅਸਿੱਧੇ ਰੂਪ ਚ ਸੀਪ ਲਾਈ ਹੈ। ਆਪਣੀ ਗੱਲ ਨੂੰ ਕਿਸੇ ਹੋਰ ਤਰੀਕੇ ਨਾਲ ਮਨਾ ਕੇ, ਗਵਰਨਰ ਦੀ ਸਹਿਮਤੀ ਲੈ ਕੇ, ਇਹਦਾ ਮਤਲਬ ਹੈ ਕਿ ਡਾਕਟਰ ਗੁਰਪ੍ਰੀਤ ਵੰਡਰ ਨੂੰ ਵੀ ਵਾਪਸ ਲਿਆਂਦਾ। ਜਿਹੜੇ ਨਾ ਕਰ ਚੁੱਕੇ ਸੀ ਕਿ ਮੈਂ ਨਹੀਂ ਆਉਣਾ, ਉਹਨਾਂ ਨੂੰ ਮਨਾ ਕੇ ਪੰਜਾਬ ਦੇ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਕਿ ਐਵੇਂ ਨਾ ਸਮਝਿਓ ਕਿ ਅਸੀਂ ਨਵੇਂ ਆ, ਸਖਾਂਦਰੂ ਆ। ਰੰਧਾਵਾ ਸਾਹਿਬ, ਜਦੋਂ ਇਹ ਖਬਰ ਆਈ ਸੀ ਕਿ ਡਾਕਟਰ ਵੰਡਰ ਨੂੰ
ਮੈਨੇਜਮੈਂਟ ਬੋਰਡ ਦਾ ਚੇਅਰਮੈਨ ਲਗਾਤਾ ਹੈ, ਤਾਂ ਮੈਨੂੰ ਇੱਕ ਵਾਰ ਬਹੁਤ ਹੈਰਾਨੀ ਹੋਈ ਸੀ ਤੇ ਮੈਂ ਬਹੁਤ ਵਾਰੀ ਉਹਨਾਂ ਨੂੰ ਟਰਾਈ ਕੀਤਾ ਡਾਕਟਰ ਵਾਂਡਰ ਨਾਲ ਗੱਲ ਕਰਨ ਦਾ, ਕਿਉਂਕਿ ਮੈਨੂੰ 100% ਯਕੀਨ ਸੀਗਾ ਕਿ ਡਾਕਟਰ ਵਾਂਡਰ ਨੇ ਇਹ ਸਵੀਕਾਰ ਨਹੀਂ ਕੀਤਾ ਹੋਣਾ। ਤੇ ਉਹ ਇਸ ਕਰਕੇ, ਉਹਦਾ ਕਾਰਨ ਇਹ ਹੈ ਕਿ ਜਦੋਂ ਉਹਨਾਂ ਦਾ ਨਾਮ ਵਾਈਸ ਚਾਂਸਲਰ ਵਾਸਤੇ ਚੱਲਿਆ ਸੀ ਔਰ ਗਈ ਸੀ ਸੂਚੀ ਗਈ ਸੀ, ਤਾਂ ਗਵਰਨਰ ਸਾਹਿਬ ਨੇ ਕਿਹਾ ਵੀ 3 ਬੰਦਿਆਂ ਦਾ ਪੈਨਲ ਭੇਜੋ, ਇੱਕ ਬੰਦੇ ਦਾ ਪੈਨਲ ਤੁਸੀਂ ਨਹੀਂ ਭੇਜ ਸਕਦੇ, 3 ਦਾ ਪੈਨਲ ਭੇਜੋ, ਉਸ ਤੋਂ ਚयन ਮੈਂ ਕਰੂੰਗਾ ਵੀ ਕਿਹਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਤੇ ਡਾਕਟਰ ਵਾਂਡਰ ਨੇ ਆਪਣੇ ਆਪ ਨੂੰ ਇਸ ਤੋਂ ਬਾਹਰ ਕੱਢ ਲਿਆ ਸੀ ਵੀ ਮੈਂ ਇੰਟਰਸਟਡ ਨਹੀਂ ਹੈਗਾ ਫਿਰ ਇਸ ਲੜਾਈ ਦੇ ਵਿੱਚ, ਕਿਉਂਕਿ ਮੇਰਾ ਇੱਕ ਰੁਤਬਾ ਹੈ, ਮੈਂ ਇਹ ਲੜਾਈਆਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ, ਮੈਂ ਆਪਣੇ ਕੰਮ ਤੇ ਫੋਕਸ ਕਰਨਾ ਚਾਹੁੰਦਾ। ਸੋ ਜਦੋਂ ਇਹ ਵਾਲੀ ਗੱਲ ਆਈ ਕੱਲ, ਦੇਖੋ ਦੁਬਾਰਾ ਜਿਹੜਾ ਪੈਨਲ ਗਿਆ ਉਹ ਚੋਂ ਡਾਕਟਰ ਰਾਜੀਵ ਸੂਦ ਬਣਾ ਦੇ, ਉਹ ਇੱਕ ਅਲੱਗ ਇਸ਼ੂ ਹੈ, ਉਹਦੇ ਤੇ ਵੀ ਕੰਟਰੋਵਰਸੀ ਉੱਠੀ ਹੋਈ ਹੈ ਵੀ ਉਹ ਜਿਹੜੀ ਸਰਚ ਕਮੇਟੀ ਹੈਗੀ ਹੈ ਉਹਨੇ ਇਹ ਠੀਕ ਕੀਤਾ ਕਿ ਨਹੀਂ ਕੀਤਾ, ਕਿਉਂਕਿ ਉਹਦੇ ਵੀ 2 ਮੈਂਬਰ ਅਯੋਗ ਸੀਗੇ। ਚਲੋ ਉਸ ਤੇ ਆਪਾਂ ਬਾਅਦ ਚ ਗੱਲ ਕਰਦੇ ਹਾਂ, ਲੇਕਿਨ ਪਹਿਲਾਂ ਡਾਕਟਰ ਵਾਂਡਰ ਦੀ ਗੱਲ। ਜਦੋਂ ਡਾਕਟਰ ਵਾਂਡਰ ਦਾ ਨਾਮ ਆਇਆ ਐਜ਼ ਚੇਅਰਮੈਨ, ਤਾਂ ਮੈਨੂੰ ਲੱਗਿਆ ਕਿ ਡਾਕਟਰ ਵਾਂਡਰ ਨੇ, ਮੁੱਖ ਮੰਤਰੀ ਨੇ ਤਾਂ ਇਹ ਠੀਕ ਹੈ, ਇੱਕ ਸ਼ੈ ਔਰ ਮਾਤ ਦੀ ਜਿਹੜੀ ਗੇਮ ਚੱਲ ਰਹੀ ਹੈ ਗਵਰਨਰ ਤੇ ਉਹਨਾਂ ਦੇ ਵਿੱਚ, ਉਹਨਾਂ ਰਾਹੀਂ ਡਾਕਟਰ ਵਾਂਡਰ ਰਾਹੀਂ ਇੱਕ ਮਾਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਡਾਕਟਰ ਵਾਂਡਰ ਇਸ ਨੂੰ ਨਕਾਰ ਦੇਣਗੇ, ਕਿ ਉਹ ਨਹੀਂ ਇੰਟਰਸਟਡ ਹੋਣਗੇ ਇਸ ਉਹਦੇ ਉੱਤੇ ਲੜਨ। ਮੈਂ ਬਹੁਤ ਟਰਾਈ ਕੀਤੀ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਬਾਅਦ ਚ ਉਹਨਾਂ ਦਾ ਇੱਕ ਟਵੀਟ ਹੀ ਆ ਗਿਆ ਜਿਸ 'ਚ ਉਹਨਾਂ ਨੇ ਕਿਹਾ ਕਿ ਬਈ ਮੈਂ ਮੁੱਖ ਮੰਤਰੀ ਦਾ ਸ਼ੁਕਰਗੁਜ਼ਾਰ ਹਾਂ। ਫਿਰ ਮੈਨੂੰ ਲੱਗਿਆ ਕਿ ਉਹਨਾਂ ਨੇ ਕਰ ਹੀ ਲਿਆ। ਇੰਦਰਪ੍ਰੀਤ ਜੀ, ਮੁੱਖ ਮੰਤਰੀ ਕੱਚੀਆਂ ਗੋਲੀਆਂ ਨਹੀਂ ਖੇਡੇ ਹੋਣਗੇ, ਹੁਣ ਤਾਂ ਕਾਫੀ 1.5 ਸਾਲ ਚ ਬੰਦਾ ਗੁੜ ਜਾਂਦਾ। ਉਹਨਾਂ ਨੇ ਪਹਿਲਾਂ ਸਹਿਮਤੀ ਲਈ ਹੋਊਗੀ, ਮਤਲਬ ਏਡਾ ਵੱਡਾ ਫੈਸਲਾ ਲੈਣ ਲੱਗਿਆ, ਜਿਹੜਾ ਪਹਿਲਾ ਲਿਆ ਫੈਸਲਾ ਵੀ ਰੁਲ ਗਿਆ ਸੀ, ਦੂਜੀ ਵਾਰੀ ਉਹ ਆਪਣੀ ਕਿਰਕਰੀ ਨਹੀਂ ਚਾਹੁੰਦੇ ਹੋਣਗੇ। ਸੋ ਤੁਹਾਡੇ ਸ਼ੰਕੇ ਆਪਣੀ ਜਗ੍ਹਾ ਜਾਇਜ਼ ਸੀ ਕਿ ਵਾਂਡਰ ਲੈਣਗੇ ਨਹੀਂ ਲੈਣਗੇ, ਪਰ ਡਾਕਟਰ ਵਾਂਡਰ ਨਾਲ ਗੱਲ ਕਰਕੇ ਮੈਨੂੰ ਲੱਗਦਾ ਮੁੱਖ ਮੰਤਰੀ ਨੇ ਇਹ ਤੀਰ ਚਲਾਇਆ ਜਿਹੜਾ ਐਨ ਟਿਕਾਣੇ ਤੇ ਲੱਗਿਆ, ਚਿੜੀ ਦੀ ਅੱਖ ਵਾਂਗ ਗਲਤ ਹੋ ਹੋਣਗੇ। ਰੰਧਾਵਾ ਤਾਂ ਮੇਰੇ ਚ ਬਿਲਕੁਲ ਠੀਕ ਗੱਲ ਹੈ ਕਿ ਉਹਨਾਂ ਨੇ ਨੈਚੁਰਲੀ ਬਿਲਕੁਲ ਉਹਨਾਂ ਨਾਲ ਗੱਲ ਕੀਤੀ ਹੋਣੀ, ਤਾਂ ਹੀ ਉਹਨਾਂ ਨੇ ਸਹਿਮਤੀ ਦਿੱਤੀ ਹੈ ਇਸ ਪੋਸਟ ਦੇ ਉੱਤੇ, ਕਿਉਂਕਿ ਇਹ ਪੋਸਟ ਕੋਈ ਬਹੁਤ ਹੀ ਇਹ ਦੇਖਣ ਚ ਬਹੁਤ ਇੰਪੋਰਟੈਂਟ ਪੋਸਟ ਹੈ। ਹਰ ਜਿਹੜਾ ਵੀਸੀ ਦਾ ਫੈਸਲਾ ਹੈ ਉਹਨੂੰ ਜਿਹੜੀ ਮਨਜ਼ੂਰੀ ਹੈ ਇਸ ਬੋਰਡ ਨੇ ਦੇਣੀ ਹੈ। ਪਰ ਇਹਦੇ ਨਾਲ ਨਾਲ ਇਹ ਵੀ ਹੈ ਕਿ ਇਹ ਸਾਰੀਆਂ 2 ਜਾਂ 3 ਮਹੀਨੇ ਬਾਅਦ ਇੱਕ ਮੀਟਿੰਗ ਕਰਦੇ ਆ ਬੋਰਡ ਨੇ, ਬਹੁਤ ਲੰਬੇ ਟਾਈਮ ਬਾਅਦ ਬੈਠਣਾ ਹੁੰਦਾ ਹੈ। ਕੋਈ ਐਡਾ ਨਹੀਂ ਹੈ ਕਿ ਉਹ ਰੋਜ਼ਮर्रा ਦੇ ਜਿਹੜੇ ਕੰਮ ਨੇ ਉਹ ਚ ਕੋਈ ਉਹਦੀ ਦਖਲਅੰਦਾਜ਼ੀ ਹੋਏਗੀ, ਉਹਨਾਂ ਚ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ। ਬਸ ਜਿਹੜਾ ਕੰਮ ਵੀਸੀ ਕਰ ਰਹੇ ਹੋਣਗੇ ਉਹਨਾਂ ਨੂੰ ਅਪਰੂਵ ਹੀ ਕਰਨਾ। ਦੂਜੀ ਦੇ ਵਿੱਚ ਇਹ ਗੱਲ ਆਈ ਸੀ ਕਿ ਬਹੁਤ ਘੱਟ ਟਾਈਮ ਹੁੰਦਾ ਹੈ ਕਿ ਜਦੋਂ ਟੌਪ ਦੇ 2 ਜਿਹੜੇ ਡਾਕਟਰਸ ਨੇ ਉਹ ਮਤਲਬ ਇਸ ਤਰ੍ਹਾਂ ਦੀਆਂ ਪੋਸਟਾਂ ਤੇ ਆ ਜਾਣ। ਜਿਸ ਤਰ੍ਹਾਂ ਇੱਕ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ, ਉਹ ਵੀ ਟੌਪ ਦੇ ਫਿਜ਼ੀਸ਼ੀਅਨ ਨੇ, ਔਰ ਦੂਸਰੇ ਪਦ ਤੇ ਡਾਕਟਰ ਵਾਂਡਰ ਜਿਹੜੇ ਬਹੁਤ ਵੱਡੇ ਸਰਜਨ ਨੇ। ਇਹ ਦੋਨੋਂ ਦੇ ਵਿੱਚ ਇੱਕ ਆਪਸੀ ਹਿੱਤ ਵੀ ਟਕਰਾ ਸਕਦੇ ਆ, ਆਮ ਤੌਰ ਤੇ ਇਦਾਂ ਹੋ ਜਾਂਦਾ ਹੁੰਦਾ। ਤੁਹਾਨੂੰ ਯਾਦ ਹੋਊਗਾ ਜਦੋਂ ਸਭ ਤੋਂ ਪਹਿਲੇ ਵਾਈਸ ਚਾਂਸਲਰ ਡਾਕਟਰ ਚਾਵਲਾ ਇੱਥੇ ਬਣੇ ਸੀਗੇ, ਇਸ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਸੀਗੇ, ਉਦੋਂ ਡਾਕਟਰ ਬਜਾਜ ਨੂੰ ਲਗਾਇਆ ਸੀਗਾ ਬਾਦਲ ਸਾਹਿਬ ਨੇ ਐਜ਼ ਚੇਅਰਮੈਨ, ਤਾਂ ਡਾਕਟਰ ਚਾਵਲਾ ਨੇ ਉਸੇ ਦਿਨ ਹੀ ਰਿਜ਼ਾਈਨ ਕਰਤਾ ਸੀ, ਔਰ ਬਹੁਤ ਲੋਕਾਂ ਦੇ ਮਨਾਏ ਤੇ ਵੀ ਉਹ ਮੰਨੇ ਨਹੀਂ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਹਿੱਤ ਟਕਰਾਣਗੇ ਔਰ ਨੁਕਸਾਨ ਯੂਨੀਵਰਸਿਟੀ ਦਾ ਹੋ ਜਾਏਗਾ ਜਿਹੜੀ ਹਜੇ ਜਸਟ ਜੰਮੀ ਹੀ ਹੈ। ਸੋ ਮੈਨੂੰ ਲੱਗਦਾ ਕਿ ਮੈਨੂੰ ਇਹ ਇਸੇ ਗੱਲ ਕਰਕੇ ਉਮੀਦ ਸੀ ਕਿ ਸ਼ਾਇਦ ਡਾਕਟਰ ਵਾਂਡਰ ਜਿਹੜੇ ਖੁਦ ਬਹੁਤ ਸ਼ਰੀਫ ਬੰਦੇ ਮੰਨੇ ਜਾਂਦੇ ਆ, ਵੀ ਉਹ ਸ਼ਾਇਦ ਇਸ ਟਕਰਾਓ ਚ ਪੈਣ ਲਈ ਨਹੀਂ ਆਣਗੇ, ਕਿਉਂਕਿ ਇੱਥੇ ਹਿੱਤ ਟਕਰਾਣਗੇ ਹੀ ਟਕਰਾਣਗੇ, ਇਹਦਾ ਮੈਨੂੰ 100% ਯਕੀਨ ਹੈ। ਇਹ ਜਿਹੜੀ ਸ਼ਹਿਮਾਤ ਦੀ ਗੇਮ ਹੁੰਦੀ ਹੈ ਨਾ ਜੀ, ਉਹਦੇ ਵਿੱਚ ਬਹੁਤ ਵਾਰੀ ਇੰਸਟੀਚਿਊਸ਼ਨਾਂ ਦਾ ਨੁਕਸਾਨ ਹੋ ਜਾਂਦਾ ਹੈ। ਮੈਨੂੰ ਲੱਗ ਰਿਹਾ ਕਿ ਕਿਤੇ ਜਿਹੜਾ ਪਿਛਲੇ 2 ਜਿਹੜੇ ਵਾਈਸ ਚਾਂਸਲਰ ਰਹੇ ਨੇ, ਚਾਹੇ ਡਾਕਟਰ ਗਿੱਲ ਰਹੇ ਨੇ, ਚਾਹੇ ਡਾਕਟਰ ਰਾਜ ਬਹਾਦਰ ਰਹੇ ਨੇ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ, ਔਰ ਇਸ ਯੂਨੀਵਰਸਿਟੀ ਦਾ ਜਿਹੜਾ ਕਾਲਜ ਹੈ 1100 ਬੈੱਡ ਦਾ ਪਹੁੰਚਾਤਾ ਉਹਨਾਂ ਨੇ। ਦੇਖੋ ਇਹ ਇੰਨੀ ਜਲਦੀ ਨਹੀਂ ਹੁੰਦਾ ਕੰਮ, ਜਦੋਂ ਕਿ ਸਰਕਾਰ ਦਾ ਇੰਨਾ ਦਬਾਅ ਵੀ ਰਹਿੰਦਾ ਹੈ, ਪੈਸਾ ਵੀ ਨਹੀਂ ਹੁੰਦਾ, ਫਿਰ ਵੀ ਕੁਝ ਲੋਕ ਜਿਹੜੇ ਹੈਗੇ ਆ ਆਪਣੇ ਰੁਤਬੇ ਅਨੁਸਾਰ ਜਾਂ ਆਪਣੀ ਛਵੀ ਨਾਲ ਇੱਕ ਇੰਸਟੀਚਿਊਸ਼ਨ ਖੜਾ ਕਰ ਦਿੰਦੇ ਆ। ਸੋ ਮੈਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ, ਫਿਰ ਕਈ ਵਾਰੀ ਇੰਸਟੀਚਿਊਸ਼ਨਾਂ ਦਾ ਵੀ ਨੁਕਸਾਨ ਹੁੰਦਾ ਹੈ। ਬਸ ਮੇਰਾ ਇਹ ਹੈ ਕਿ ਇਹਨਾਂ ਦੇ ਟਕਰਾਓ 'ਚ ਇੰਸਟੀਚਿਊਸ਼ਨਾਂ ਦਾ ਨੁਕਸਾਨ ਨਾ ਹੋ। ਬੋਰਡ ਆਫ ਮੈਨੇਜਮੈਂਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦਾ ਵੀ ਆ, ਔਰ ਹੁਣ ਮੈਨੂੰ ਪਤਾ ਲੱਗਿਆ ਵੀ ਇਹਦਾ ਵੀ ਹੈ ਜਦੋਂ ਕੱਲ ਇਹ ਖਬਰ ਆਈ। ਵੈਸੇ ਆਮ ਤੌਰ ਤੇ ਸਿੰਡੀਕੇਟ ਸੈਨੇਟ ਹੁੰਦੀ ਆ, ਜਿੱਦਾਂ ਪੰਜਾਬ ਯੂਨੀਵਰਸਿਟੀ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ,
ਅੱਜ ਮੈਂ ਡਾਕਟਰ ਜਸਪਾਲ ਸਿੰਘ ਸੰਧੂ ਜਿਹੜੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ, ਉਹਨਾਂ ਨੂੰ ਪੁੱਛਣ ਦਾ ਯਤਨ ਕਰੂੰਗਾ ਵੀ ਇਹ ਸਾਰਾ ਮਾਜਰਾ ਕੀ ਆ। ਕਿਸੇ ਯੂਨੀਵਰਸਿਟੀ ਵਿੱਚ ਸਿੰਡੀਕੇਟ, ਕਿਤੇ ਸੈਨੇਟ। ਵੈਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰੈਂਕਿੰਗ ਬਹੁਤ ਬਿਹਤਰ ਆ। ਭਾਸਕਰ ਸਾਹਿਬ, ਆ ਯੂਨੀਵਰਸਿਟੀਆਂ ਦੀ ਗੱਲ ਤੋਰੀ ਆ ਨਾ, ਤੇ ਗੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤੋਰਨੀ ਬਣਦੀ ਆ। ਪਹਿਲੇ 'ਚ ਤੁਸੀਂ ਟਿੱਪਣੀ ਦੇਣੀ ਆ ਤੇ ਤੁਹਾਡਾ ਅਖਤਿਆਰ ਹੈ, ਤੁਸੀਂ ਪੂਰੇ ਆਜ਼ਾਦ ਹੋ, ਪਰ ਆਹ ਮਾਮਲਾ ਨਾਲ ਟੇਕਅਪ ਕਰੋ ਕਿ ਉੱਥੋਂ ਦੇ ਵਾਈਸ ਚਾਂਸਲਰ ਜਿਹੜਾ ਇੱਕ ਫਰਮਾਨ ਜਾਰੀ ਹੋਇਆ ਸੀ ਕਿ ਮੂੰਹ ਬੰਦ ਰੱਖੋ, ਉਹ ਹੁਣ ਉਹਦੀ ਸਫਾਈ ਦੇ ਰਹੇ ਆ। ਕੀ ਕਹਿੰਦੇ ਜੀ? ਜਿੱਥੇ ਤੱਕ ਗੱਲ ਬਾਬਾ ਫਰੀਦ ਯੂਨੀਵਰਸਿਟੀ ਦੀ ਹੈਗੀ ਹੈ, ਡਾਕਟਰ ਵੰਡਰ ਨੂੰ ਲਾਇਆ ਚੇਅਰਮੈਨ, ਔਰ ਚੇਅਰਮੈਨ ਦੀ ਨੋਟੀਫਿਕੇਸ਼ਨ ਵਾਸਤੇ ਵੀ ਗਵਰਨਰ ਸਾਹਿਬ ਨੂੰ ਭੇਜਿਆ, ਔਰ ਗਵਰਨਰ ਸਾਹਿਬ ਨੂੰ ਕੁਝ ਦਿਨ ਪਹਿਲੇ ਹੀ ਉਹ ਵੀ ਬਿੱਲ ਵਿਧਾਨ ਸਭਾ ਦੇ ਵਿੱਚ ਪਾਸ ਕਰਕੇ ਭੇਜਿਆ ਵੀ ਜਾਓ, ਅਸੀਂ ਤੁਹਾਨੂੰ ਚਾਂਸਲਰ ਤੇ ਪਦ ਤੋਂ ਹਟਾ ਰਹੇ ਹਾਂ ਤੇ ਹੁਣ ਮੁੱਖ ਮੰਤਰੀ ਹੋਏਗਾ ਚਾਂਸਲਰ। ਉਸ ਤੋਂ ਬਾਅਦ ਪਹਿਲਾ ਇਹ ਮਾਮਲਾ ਸੀਗਾ ਜਿਹੜਾ ਯੂਨੀਵਰਸਿਟੀ ਤੋਂ ਰਿਲੇਟਡ ਹਜੇ ਤੱਕ ਰਹਿਣ ਵਾਲੇ ਚਾਂਸਲਰ ਦੇ ਹੱਥ 'ਚ ਗਿਆ ਸੀਗਾ। ਉਹ ਬਤੌਰ ਗਵਰਨਰ ਵੀ ਉਹਦੇ ਉੱਤੇ ਉਹਨੇ ਫੈਸਲਾ ਲੈਣਾ ਸੀ, ਔਰ ਐਤਕੀ ਫੈਸਲਾ ਡਾਕਟਰ ਵੰਡਰ ਦੇ ਹੱਕ 'ਚ ਲਿਆ। ਇਸ ਫੈਸਲੇ ਨੂੰ ਕਿਸੇ ਦਬਾਅ ਦੇ ਵਿੱਚ ਲਿੱਤਾ ਗਿਆ। ਇੱਕ ਪਾਸੇ ਦੂਜੇ ਦਰਾਜ ਦੇ ਵਿੱਚ ਤੁਹਾਡੇ ਕੋਲ ਉਹ ਬਿੱਲ ਪਿਆ ਹੈ ਜਿਹਦੇ ਵਿੱਚ ਤੁਹਾਨੂੰ ਬਤੌਰ ਚਾਂਸਲਰ ਹਟਾਇਆ ਜਾਂਦੀ ਇੱਕ ਬਿੱਲ ਪਾਸ ਕਰਕੇ ਐਕਟ ਬਣਾਉਣ ਵਾਸਤੇ ਭੇਜਿਆ ਗਿਆ, ਔਰ ਦੂਜੇ ਦਰਾਜ ਦੇ ਵਿੱਚ ਡਾਕਟਰ ਵੰਡਰ ਉਹਨਾਂ ਦੀ ਫਾਈਲ ਪਈ ਹੋਏਗੀ। ਉਸ ਨੋਟੀਫਿਕੇਸ਼ਨ ਤੇ ਉਹਨਾਂ ਨੇ ਸਾਈਨ ਕੀਤੇ, ਪਰ ਜਿਹੜਾ ਖੱਬੇ ਹੱਥ ਦੇ ਵਿੱਚ ਦਰਾਜ ਸੀਗਾ ਉਹਦੇ ਵਿੱਚ ਪਈ ਹੋਈ ਫਾਈਲ ਦੇ ਉੱਤੇ ਜਾਂ ਜਿਹੜਾ ਬਿੱਲ ਪਾਸ ਕਰਕੇ ਭੇਜਿਆ ਸੀ, ਹਜੇ ਤੱਕ ਫੈਸਲਾ ਨਹੀਂ ਲਿੱਤਾ। ਉਹਦੇ ਉੱਤੇ ਕਦੋਂ ਲੈਂਦੇ ਆ ਦੇਖਦੇ ਆ। ਪਰ ਚੇਅਰਮੈਨ ਵੱਡਾ ਹੁੰਦਾ ਹੈ, ਵਾਈਸ ਚਾਂਸਲਰ ਵੱਡਾ ਹੁੰਦਾ ਹੈ, ਉਸ ਤੋਂ ਉੱਤੇ ਵੱਡਾ ਲਾਤਾ ਹੈ ਸਾਰੀ ਗੱਲਾਂ। ਤੇ ਕੱਲ ਮੇਰੀ ਕਿਸੇ ਨਾਲ ਚੇਅਰਮੈਨ ਦੇ ਪਦ ਦੀ ਗੱਲ ਹੋ ਰਹੀ ਸੀ, ਵੈਸੇ ਮਤਲਬ ਇਸ ਤੋਂ ਰਿਲੇਟਡ ਗੱਲ ਨਹੀਂ ਹੈ ਕਿ ਚੇਅਰਮੈਨ ਜਦ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨੂੰ ਬਣਾਇਆ ਜਾਂਦਾ ਹੈ ਤੇ ਉਹਨੂੰ ਫੈਸਿਲਿਟੀ ਕੀ ਮਿਲਦੀ ਹੈ। ਇੱਕ ਬੜੀ ਵੱਡੀ ਕਾਰਪੋਰੇਸ਼ਨ ਦੇ ਵੱਡੇ ਅਫਸਰ ਸੀਗੇ, ਉਹ ਕਹਿੰਦੇ ਵੀ ਜਦ ਵੀ ਸਾਡੇ ਕੋਲ ਕੋਈ ਚੇਅਰਮੈਨ ਬਣ ਕੇ ਆਉਂਦਾ ਹੈ ਤੇ ਉਹਦੀ ਪਹਿਲੇ ਤੇ ਜਦ ਉਹ ਸਹੁੰ ਚੱਕਦਾ ਹੈ ਜਾਂ ਆਫਿਸ ਜੁਆਇਨ ਕਰਦਾ ਹੈ ਤੇ ਉਹਦੀ ਬੜੀ ਆਪ ਭਗਤ ਹੁੰਦੀ ਹੈ। ਉਹ ਆਪਣੇ ਰਿਸ਼ਤੇਦਾਰਾਂ ਨੂੰ, ਹੋਰ ਬਹੁਤ ਸਾਰੇ ਵਰਕਰਾਂ ਨੂੰ ਲੈ ਕੇ ਆਉਂਦਾ ਹੈ, ਉਹਨਾਂ ਦੇ ਰੋਟੀ ਪਾਣੀ ਦਾ ਬੰਦੋਬਸਤ ਕਰਦਾ ਹੈ। ਫਿਰ ਅਗਲੇ ਦਿਨ ਉਹ ਮੰਗ ਕਰਦਾ ਵੀ ਮੈਨੂੰ ਚਾਹੀਦੀ ਹੈ ਗੱਡੀ। ਜੇ ਗੱਡੀ ਪਈ ਹੋਈ ਹੋਏ ਉਸ ਕਾਰਪੋਰੇਸ਼ਨ ਦੇ ਕੋਲ ਤੇ ਦੇ ਦਿੱਤੀ ਜਾਂਦੀ ਹੈ। ਜੇ ਉਸ ਚੇਅਰਮੈਨ ਨੂੰ ਪਸੰਦ ਨਾ ਆਏ ਤੇ ਕਹਿੰਦੇ ਵੀ ਚਲੋ ਜੀ ਨਵੀਂ ਲੈ ਕੇ ਦੇ ਦਿੰਦੇ ਆ। ਉਹ ਨਵੀਂ ਵੀ ਲੈ ਕੇ ਦਿੱਤੀ ਜਾ ਸਕਦੀ ਹੈ, ਉਹ ਦੇ ਦਿੰਦੇ ਨੇ। ਪਲੱਸ ਉਹਨਾਂ ਦਾ ਭਾਵੇਂ ਉਸ ਕਾਰਪੋਰੇਸ਼ਨ ਦੇ ਕੰਮਕਾਜ ਦੇ ਵਿੱਚ ਕੋਈ ਇਖਤਿਆਰ ਨਾ ਹੋਣ, ਕੋਈ ਅਧਿਕਾਰ ਨਾ ਹੋਣ, ਪਰ ਰੋਟੀ ਪਾਣੀ ਦੇ ਉੱਤੇ ਪੂਰਾ ਹੱਕ ਹੁੰਦਾ ਹੈ। ਉਹ ਰੋਜ਼ 50-100 ਬੰਦੇ ਜਿੰਨੇ ਮਰਜ਼ੀ ਆਪਣੇ ਨਾਲ ਲੈ ਕੇ ਆਣ, ਉਸ ਕਾਰਪੋਰੇਸ਼ਨ ਨੂੰ ਉਹਨਾਂ ਦੀ ਸੇਵਾ ਪਾਣੀ ਦੇ ਵਿੱਚ ਕੋਈ ਕਸਰ ਨਹੀਂ ਛੱਡਣੀ ਹੁੰਦੀ। ਹੁਣ ਗੱਲ ਚੱਲਦੇ ਆ ਜੀ, 2 ਦਿਨ ਪਹਿਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਆਰਡਰ ਕੱਢਿਆ ਸੀਗਾ, ਜਿਹੜੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਇਹ ਕਿਹਾ ਸੀਗਾ ਜੇ ਕਿਤੇ ਮੀਡੀਆ ਨਾਲ ਕੋਈ ਗੱਲਬਾਤ ਕੀਤੀ ਜਿਹਦੇ ਰਾਹੀਂ ਯੂਨੀਵਰਸਿਟੀ ਦੀ ਰੈਪੂਟੇਸ਼ਨ ਖਰਾਬ ਹੁੰਦੀ ਹੈ ਜਾਂ ਅੰਦਰ ਦੀ ਗੱਲ ਬਾਹਰ ਨਿਕਲੀ ਤੇ ਆਪਾਂ ਛੱਡਾਂਗੇ ਨਹੀਂ, ਤੁਹਾਡੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ। ਉਸ ਤੋਂ ਬਾਅਦ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਕੀਤਾ ਸੀਗਾ ਕਿ ਜਿਸ ਤਰੀਕੇ ਨਾਲ ਇਹ ਗੈਗ ਆਰਡਰ ਕੀਤਾ ਜਾ ਰਿਹਾ ਔਰ ਮੀਡੀਆ ਨਾਲ ਯੂਨੀਵਰਸਿਟੀ ਦੇ EMPLOYEES ਨੂੰ ਗੱਲ ਕਰਨ ਤੋਂ ਰੋਕਿਆ ਜਾ ਰਿਹਾ ਹੈ, ਇਹ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਸਿੱਧਾ ਹਮਲਾ ਹੈ। 2 ਦਿਨ ਬਾਅਦ ਫਿਰ ਨੋਟੀਫਿਕੇਸ਼ਨ ਆ ਗਿਆ, ਔਰ ਉਸ ਨੋਟੀਫਿਕੇਸ਼ਨ ਦੇ ਵਿੱਚ ਇਹ ਗੱਲ ਸਾਫ਼ ਤੌਰ ਤੇ ਕਹੀ ਗਈ ਹੈ ਕਿ ਨਹੀਂ, ਹੁਣ ਤੁਸੀਂ ਇਹ ਸਾਡਾ ਕੋਈ ਕਿਸੇ ਤਰੀਕੇ ਦਾ ਕੋਈ ਗੈਗ ਨਹੀਂ ਹੈ। ਅਸੀਂ ਤੇ ਸਿਰਫ ਉਹ ਗੱਲ ਕਹਿ ਰਹੇ ਹਾਂ ਕਿ ਰੋਂਗ ਇਨਫੋਰਮੇਸ਼ਨ, ਫੇਕ ਇਨਫੋਰਮੇਸ਼ਨ ਨਾ ਸਪਲਾਈ ਕਰੋ। ਸਹੀ ਇਨਫੋਰਮੇਸ਼ਨ ਹੈਗੀ ਹੈ, ਸਹੀ ਗੱਲ ਹੈਗੀ ਹੈ, ਖਬਰਾਂ ਦੇਣ ਤੋਂ ਤੁਹਾਨੂੰ ਨਹੀਂ ਰੋਕਿਆ ਜਾ ਰਿਹਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਗਲਤ ਇਨਫੋਰਮੇਸ਼ਨ ਦੇ ਕੇ ਯੂਨੀਵਰਸਿਟੀ ਦੀ ਬਦਨਾਮੀ ਤੁਸੀਂ ਬਾਹਰ ਕਰੋ। ਉਹਦੇ ਵਾਸਤੇ ਆਪਣੇ ਹੀ ਆਰਡਰ ਨੂੰ ਰੈਕਟੀਫਾਈ ਕਰਕੇ ਦੁਬਾਰਾ ਕੱਲ ਇਸ਼ੂ ਕੀਤਾ ਗਿਆ, ਕਿਉਂਕਿ ਜਦ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਅਟੈਕ ਦਾ ਮਾਮਲਾ ਆਉਂਦਾ ਹੈ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਰਵਿੰਦ ਜੀ, ਡਾਕਟਰ ਅਰਵਿੰਦ, ਉਹ ਘਿਰੇ ਹੋਏ ਨਜ਼ਰ ਆਉਂਦੇ ਨੇ। ਉਹਨਾਂ ਨੇ ਆਪਣੀ ਹੀ ਕੀਤੀ ਗੱਲ ਨੂੰ ਕੱਲ ਦੁਬਾਰਾ ਕਲੈਰੀਫਾਈ ਕੀਤਾ ਹੈ। ਐਕਚੁਅਲੀ ਪ੍ਰੈਸ਼ਰ ਵੀ ਬਹੁਤ ਰਿਹਾ ਨਾ, ਲੋਕਾਂ ਦਾ ਪ੍ਰੈਸ਼ਰ ਕਾਫੀ ਸੀਗਾ, ਔਰ ਜੇ ਅਸੀਂ ਦੇਖ ਰਹੇ ਹਾਂ ਸਾਰੇ ਬੰਨਿਓ ਇਸ ਤਰ੍ਹਾਂ ਦੀ ਗੱਲ ਦੇ ਉੱਤੇ ਰਿਐਕਸ਼ਨ ਬਹੁਤ ਆਏ। ਵੈਸੇ ਇੰਦਰਪ੍ਰੀਤ ਜੀ, ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਫੈਸਲੇ ਨੂੰ ਬਦਲਦੀ ਆ ਤੇ ਇੰਜ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਹਿਰਦੇ ਪਰਿਵਰਤਨ ਹੋਇਆ ਜਾਂ ਉਹਨਾਂ ਦਾ ਮਾਈਂਡ ਚੇਂਜ ਹੋਇਆ। ਇੰਜ ਲੱਗਦਾ ਹੈ ਕਿ ਪ੍ਰੈਸ਼ਰ ਝੱਲਣੇ ਬੜੇ ਔਖੇ ਨੇ। ਬਿਲਕੁਲ, ਇਹ ਰੰਧਾਵਾ ਸਾਹਿਬ ਜਿਹੜਾ ਕੱਲ ਦਾ ਫੈਸਲਾ ਆਇਆ ਉਸ ਤੋਂ ਤਾਂ ਇਹੀ ਲੱਗ ਰਿਹਾ ਕਿ ਇਹ ਦੋਹਰਾ ਮਾਪਦੰਡ ਹੈ। ਜਦੋਂ ਦੇਖੋ ਜੋ ਸਥਿਤੀ ਡੀਸੀ ਔਰ ਉਹਨਾਂ ਦੇ ਜਿਹੜੇ ਸਬੋਰਡੀਨੇਟਸ ਨੇ ਜਾਂ ਜਿਹੜੇ ਪ੍ਰੋਫੈਸਰਸ ਨੇ ਜਾਂ ਹੋਰ ਅਮਲਾ ਹੈ ਉਹਨਾਂ ਦੇ ਵਿੱਚ ਦੀ ਹੈ, ਸੇਮ ਹੀ ਸਥਿਤੀ ਸਰਕਾਰ ਔਰ ਵਾਈਸ ਚਾਂਸਲਰ ਦੇ ਵਿੱਚ ਦੀ ਹੈ। ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੇ ਖਿਲਾਫ ਜੋ ਮਰਜ਼ੀ ਬੋਲੋ ਤੇ ਸਰਕਾਰ ਚੁੱਪ ਚਪੀਤੇ ਬੈਠੇ ਤੇ ਤੁਹਾਨੂੰ ਇਹ ਵੀ ਨਾ ਕਹੇ ਵੀ ਯਾਰ ਵੀ ਇਸ ਤਰ੍ਹਾਂ ਦਾ ਨਹੀਂ ਬੋਲਣਾ, ਇਹ ਤੁਸੀਂ ਛਵੀ ਖਰਾਬ ਕਰ ਰਹੇ ਹੋ, ਤਾਂ ਉਹ ਅਲੱਗ ਗੱਲ ਹੈ। ਪਰ ਜੇ ਤੁਹਾਡੇ ਪ੍ਰਤੀ ਕੋਈ ਬੰਦਾ ਬੋਲਦੇ, ਤੁਹਾਡਾ ਹੀ ਕੋਈ ਕਰਮਚਾਰੀ
ਤਾਂ ਤੁਸੀਂ ਕਹੋ ਵੀ ਅਸੀਂ ਬੋਲਣ ਨਹੀਂ ਦੇਣਾ। ਇਹ ਮੈਨੂੰ ਲੱਗਦਾ ਕਿ ਯੂਨੀਵਰਸਿਟੀ ਦੇ ਮਾਹੌਲ ਲਈ ਇਹ ਠੀਕ ਨਹੀਂ ਹੈ। ਯੂਨੀਵਰਸਿਟੀਆਂ ਤਾਂ ਬਣਦੀਆਂ ਹੀ ਬੋਲਣ ਵਾਸਤੇ ਨੇ, ਯੂਨੀਵਰਸਿਟੀਆਂ ਤਾਂ ਹੁੰਦੀਆਂ ਹੀ ਬੰਦੇ ਨੂੰ ਹੀ ਤਿਆਰ ਕਰਦੀਆਂ ਨੇ ਕਿ ਬੋਲੋ, ਜਿਹੜਾ ਵੀ ਜਿੱਥੇ ਕੋਈ ਗਲਤ ਚੀਜ਼ ਆ ਰਹੀ ਹੈ ਉਹਦੇ ਖਿਲਾਫ ਆਪਣੇ ਮਤ ਰੱਖੋ। ਜੇ ਤੁਸੀਂ ਉਹਨਾਂ ਦੀਆਂ ਜ਼ੁਬਾਨਾਂ ਬੰਦ ਕਰੋਗੇ ਤਾਂ ਮੈਨੂੰ ਲੱਗਦਾ ਕਿ ਫਿਰ ਤਾਂ ਯੂਨੀਵਰਸਿਟੀਆਂ ਦਾ ਜਿਹੜਾ ਇੱਕ ਬਣਾਉਣ ਦਾ ਇੱਕ ਮਕਸਦ ਹੁੰਦਾ ਉਹੀ ਡਿਫੀਟ ਹੋ ਜਾਂਦਾ। ਇਹ ਜਦੋਂ ਯੂਨੀਵਰਸਿਟੀ ਨੇ ਜਿਹੜਾ ਵੀ ਐਡਮਿਨਿਸਟ੍ਰੇਟਰ ਜਿਹਨੇ ਵੀ ਇਹ ਕੱਢੇ ਆ ਆਰਡਰ, ਉਹਨੂੰ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ ਵੀ ਬੋਲਣ ਦਾ ਅਧਿਕਾਰ ਤਾਂ ਸੰਵਿਧਾਨ ਨੇ ਹੀ ਦਿੱਤਾ ਹੋਇਆ, ਤੇ ਇਸ ਕਰਕੇ ਉਹਨੂੰ ਤਾਂ ਨਾ ਰੋਕੋ। ਹਾਂ, ਜੇ ਬਹੁਤ ਬੰਦਾ ਬਹੁਤ ਅਵਾ ਤਵਾ ਬੋਲ ਰਿਹਾ ਹੈ, ਇਹੋ ਜਿਹੀਆਂ ਗੱਲਾਂ ਬੋਲ ਰਿਹਾ ਜਿਹਦੀ ਕੋਈ ਦਲੀਲ ਨਹੀਂ ਹੈ, ਫਿਰ ਉਹਦੇ ਬਾਰੇ ਤੁਸੀਂ ਅਲੱਗ ਤਰ੍ਹਾਂ ਸੋਚੋ, ਕੋਈ ਹੋਰ ਤਰ੍ਹਾਂ। ਪਰ ਜ਼ੁਬਾਨਬੰਦੀ ਤਾਂ ਮੈਨੂੰ ਲੱਗਦਾ ਹੈ ਸ਼ਾਇਦ ਨਹੀਂ ਹੋਣੀ ਚਾਹੀਦੀ। ਇੱਕ ਅਗਲਾ ਮਾਮਲਾ ਇੰਦਰਪ੍ਰੀਤ ਜੀ ਮੈਂ ਨਾਲ ਹੀ ਚਾਹੂੰਗਾ ਤੁਸੀਂ ਲੈ ਲਓ। ਇੱਕ ਤਾਂ ਜ਼ੀਰਾ ਫੈਕਟਰੀ ਵਾਲੇ ਇਸ ਗੱਲ ਤੇ ਬਜਿੱਦ ਨੇ ਕਿ ਅਸੀਂ ਨਹੀਂ ਉੱਠਣਾ, ਉਹ ਹੋਰ ਕੀ ਚਾਹੁੰਦੇ ਆ। ਤੇ ਦੂਜਾ ਮਾਮਲਾ ਕਿ ਬਿਜਲੀ ਬੋਰਡ ਜਿਹੜਾ ਹੁਣ ਬਿਜਲੀ ਨਿਗਮ ਹੈ, ਉਹਦੀ ਇੰਜੀਨੀਅਰਸ ਦੀ ਐਸੋਸੀਏਸ਼ਨ ਜਾਂ ਉਹਦੇ ਇੰਜੀਨੀਅਰਸ ਨੇ ਇੱਕ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਦੇ ਨਾਂ, ਜਿਹੜਾ ਬਿਜਲੀ ਦਾ ਸੋਧ ਬਿੱਲ ਆ ਰਿਹਾ ਜਾਂ ਆਉਣ ਦੀ ਕੰਸੋ ਹੈ ਉਹਦੇ ਸੰਬੰਧੀ। ਇਹਦੇ ਵਿੱਚ ਉਹਨਾਂ ਦੇ ਫਿਕਰ ਕੀ ਆ ਔਰ ਸਾਨੂੰ ਫਾਇਦਾ ਨੁਕਸਾਨ ਇਹਦਾ ਕੀ ਆ। ਇਹ ਦੋ ਗੱਲਾਂ ਇਕੱਠੀਆਂ ਕਲੱਬ ਕਰ ਦਿਓ, ਲੇਕਿਨ ਕਰਿਓ ਟੂ ਦਾ ਪੁਆਇੰਟ। ਹਾਂ, ਮੈਂ ਰੰਧਾਵਾ ਸਾਹਿਬ, ਮੈਂ ਪਹਿਲਾਂ ਪਾਵਰਕਾਮ ਬਾਰੇ ਹੀ ਗੱਲ ਕਰ ਲੈਣਾ ਤੁਹਾਨੂੰ ਨਾਲ ਪਹਿਲਾਂ ਕਿ ਦੇਖੋ 2020 ਦੇ ਵਿੱਚ ਇਹ ਬਿੱਲ ਆਇਆ ਸੀ, ਜਦੋਂ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਸੀਗਾ। ਜਿਹੜਾ ਬਿਜਲੀ ਐਕਟ 2003 ਹੈ, ਉਹਦੇ ਵਿੱਚ ਇੱਕ ਵੱਡੀ ਸੋਧ ਆ ਰਹੀ ਹੈ, ਤਾਂ ਉਹ ਸਾਨੂੰ ਕਹਿ ਲਓ ਕਿ ਸਟੇਟਾਂ ਨੂੰ ਸੂਟ ਨਹੀਂ ਕਰ ਰਹੀ। ਸਟੇਟਾਂ ਦੇ ਅਧਿਕਾਰ ਜਿਹੜੇ ਨੇ ਉਹ ਬਿਲਕੁਲ ਹੀ ਖਤਮ ਕੀਤੇ ਜਾ ਰਹੇ ਨੇ। ਉਹਦੇ 'ਚ ਸਭ ਤੋਂ ਪਹਿਲਾਂ ਤਾਂ ਇਹ ਸੀਗਾ ਵੀ ਜਿਹੜਾ ਰੈਗੂਲੇਟਰੀ ਕਮਿਸ਼ਨ ਬਣਾਇਆ ਹੋਇਆ ਹੈ, ਜਿਹੜਾ ਇਹ ਤੈਅ ਕਰਦਾ ਹੈ ਵੀ ਕਿੰਨੀ ਜਿਹੜੀ ਦਰਾਂ ਹੋਣਗੀਆਂ ਬਿਜਲੀ ਦੀਆਂ, ਉਹਦਾ ਜਿਹੜਾ ਚੇਅਰਮੈਨ ਲਗਾਉਣ ਦਾ ਅਧਿਕਾਰ ਹੈ ਇਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਕੋਲੇ ਹੈ। ਹੁਣ ਉਹ ਜਿਹੜਾ ਸੋਧ ਆ ਰਹੀ ਹੈ ਉਹਦੇ 'ਚ ਇਹ ਕਿਹਾ ਜਾ ਰਿਹਾ ਕਿ ਨਹੀਂ, ਇਹ ਅਧਿਕਾਰ ਸੈਂਟਰਲ ਕੋਲੇ ਹੋਏਗਾ, ਸੈਂਟਰਲ ਜਿਹੜੀ ਅਥਾਰਟੀ ਹੈ ਉਹ ਚੈੱਕ ਕਰੇਗੀ, ਉਹ ਹੀ ਲਗਾਏਗੀ ਬਿੱਲ। ਦੂਜਾ ਦੇ ਵਿੱਚ ਇੱਕ ਵੱਡਾ ਸੀਗਾ ਕਿ ਉਸ ਤੁਹਾਨੂੰ ਯਾਦ ਹੋਊਗਾ ਜਦੋਂ ਪ੍ਰਾਈਵੇਟ ਬਿੱਲਾਂ ਥਰਮਲ ਪਲਾਂਟ ਲਗਾਉਣ ਦੀ ਇੱਕ ਪਾਲਿਸੀ ਆਈ ਸੀਗੀ, ਉਹਦੇ ਵਿੱਚ ਬਹੁਤ ਸਾਰੇ ਸਟੇਟਾਂ ਦੇ ਵਿੱਚ ਇੱਕ ਪੰਗੇ ਵੀ ਪਏ ਹੋਏ ਨੇ ਕਿ ਉਹਨਾਂ ਨੂੰ ਟਾਈਮਲੀ ਪੈਸਾ ਨਹੀਂ ਦਿੱਤਾ ਜਾ ਰਿਹਾ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਕਈ ਇਸ਼ੂਜ਼ ਹੈਗੇ ਨੇ ਵੀ ਬਿਜਲੀ ਖਰੀਦ ਲਈ ਜਾਂਦੀ ਹੈ ਲੇਕਿਨ ਪੈਸਾ ਨਹੀਂ ਦਿੱਤਾ ਜਾ ਰਿਹਾ। ਸੋ ਇਸ ਤਰ੍ਹਾਂ ਦਾ ਇੱਕ ਆਇਆ ਹੈਗਾ ਕਿ ਬਈ ਇਹ ਨਹੀਂ ਹੋਊਗਾ, ਜਿਹੜਾ ਵੀ ਇਹ ਚੈੱਕ ਕਰੂਗਾ ਇਹਦੇ ਲਈ ਇੱਕ ਅਥਾਰਟੀ ਹੋਏਗੀ, ਉਹੀ ਪੂਰਾ ਇਹ ਕਰੇਗੀ ਕਿ ਜਿਹੜੇ ਵੀ MOU ਹੋਣਗੇ ਉਹ ਇਸ ਅਥਾਰਟੀ ਦੇ ਥਰੂ ਹੋਣਗੇ। ਸੋ ਇਹਦਾ ਮਤਲਬ ਹੈ ਕਿ ਜਿਹੜੇ ਇਹ ਅਧਿਕਾਰ ਵੀ ਸਟੇਟ ਕੋਲੇ ਹੈਗੇ ਨੇ, ਇਹ ਵੀ ਤੁਸੀਂ ਉਹਨਾਂ ਤੋਂ ਖੋਲੋ। ਤੇ ਇੱਕ ਹੈਗਾ, ਸਾਰੀਆਂ ਸਟੇਟਾਂ ਦੇਖੋ ਲਗਭਗ ਇਹ ਕੰਮ ਕਰ ਰਹੀਆਂ ਨੇ ਕਿ ਉਹ ਆਪਣੇ ਆਪਣੇ ਵਰਗਾਂ ਨੂੰ, ਜਿਨ੍ਹਾਂ ਨੂੰ ਵੀ ਜਿਹੜੇ ਉਹਨਾਂ ਨੂੰ ਲੱਗਦਾ ਕਿ ਇਹ ਵੋਟ ਬੈਂਕ ਹੈ ਸਾਡਾ, ਉਹਨਾਂ ਨੂੰ ਨਿਸ਼ੁਲਕ ਬਿਜਲੀ ਜਾਂ ਸਸਤੀ ਬਿਜਲੀ ਜਾਂ ਕੁਝ ਇਸ ਤਰ੍ਹਾਂ ਦੀਆਂ ਸਬਸਿਡੀਆਂ ਦੇ ਕੇ ਉਹਨਾਂ ਨੂੰ ਉਹ ਬਿਜਲੀ ਪ੍ਰੋਵਾਈਡ ਕਰਦੀਆਂ ਨੇ। ਹੁਣ ਇਸ ਬਿੱਲ ਦੇ ਵਿੱਚ ਇੱਕ ਇਹ ਮੱਦ ਹੈਗੀ ਹੈ ਕਿ ਤੁਸੀਂ ਪਹਿਲਾਂ ਪੂਰਾ ਬਿੱਲ ਪੇ ਕਰੋਗੇ, ਉਸ ਤੋਂ ਬਾਅਦ ਜਿਹੜਾ ਹੈਗਾ ਉਹ ਸਰਕਾਰ ਤੁਹਾਡੇ ਖਾਤਿਆਂ ਦੇ ਵਿੱਚ ਪੈਸਾ ਪਾਏਗੀ। ਇਹ ਵੀ ਇੱਕ ਆ ਰਿਹਾ ਹੈ। ਇਹਦੇ ਨਾਲ ਜਿਹੜਾ ਦੇਖੋ ਹੁਣ 300 ਯੂਨਿਟ ਚਾਹੇ ਬਿਜਲੀ ਦੇ ਰਹੇ ਆ, ਚਾਹੇ ਫਾਰਮਰਸ ਨੂੰ ਬਿਜਲੀ ਦਿੱਤੀ ਜਾ ਰਹੀ ਹੈ ਜਾਂ ਸਬਸਿਡੀ ਦੇ ਉੱਤੇ ਇੰਡਸਟਰੀ ਨੂੰ ਬਿਜਲੀ ਦਿੱਤੀ ਜਾ ਰਹੀ ਹੈ, ਉਹ ਸਾਰੀਆਂ ਇਫੈਕਟਡ ਹੋਣਗੀਆਂ। ਤੇ ਇਹਦੇ ਉੱਤੇ ਵੀ ਜਿਹੜਾ ਹੈਗਾ ਉਹ ਮਤਲਬ ਵਿਰੋਧ ਕਰ ਰਹੀਆਂ ਨੇ ਸਰਕਾਰਾਂ ਵੀ ਸਾਨੂੰ ਇਹ ਸੋਧ ਨਹੀਂ ਚਾਹੀਦੀ। ਦੂਜਾ ਸੀਗਾ ਜੀਰਾ ਦਾ, ਆਪਾਂ ਪਰਸੋਂ ਹੀ ਇਹਦਾ ਜ਼ਿਕਰ ਕੀਤਾ ਸੀਗਾ ਕਿ ਮੰਗਲਵਾਰ ਨੂੰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਇੱਕ ਆਰਡਰ ਜਾਰੀ ਕਰਤਾ ਹੈ ਕਿ ਇਹਨਾਂ ਨੂੰ ਅਸੀਂ NOC ਨਹੀਂ ਦੇਵਾਂਗੇ। ਉਹ ਜਿਹੜੀ NOC ਹੈਗੀ ਹੈ ਉਹ ਹੁਣ ਜਦ ਤੱਕ ਨਹੀਂ ਮਿਲੇਗੀ ਤਦ ਤੱਕ ਇਹ ਫੈਕਟਰੀ ਨਹੀਂ ਚੱਲ ਸਕਦੀ। ਪਰ ਹਜੇ ਵੀ ਜਿਹੜੇ ਉੱਥੇ ਧਰਨਾਕਾਰੀ ਬੈਠੇ ਨੇ ਉਹ ਇਸ ਗੱਲ ਤੇ ਅੜੇ ਹੋਏ ਵੀ ਜਦ ਤੱਕ ਇਸ ਫੈਕਟਰੀ ਨੂੰ ਤਾਲਾ ਨਹੀਂ ਲੱਗਦਾ ਅਸੀਂ ਇੱਥੋਂ ਨਹੀਂ ਉੱਠਾਂਗੇ। ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਹੁਣ ਆਲਮੋਸਟ ਇਹ ਲਿਖਿਤ ਫੈਸਲਾ ਹੋ ਚੁੱਕਿਆ, ਇਹ ਫੈਕਟਰੀ ਨੂੰ ਹੁਣ ਚਲਾਉਣਾ ਔਖਾ ਹੋਏਗਾ। ਇਸ ਕਰਕੇ ਹੁਣ ਪ੍ਰਦਰਸ਼ਨਕਾਰੀਆਂ ਨੂੰ ਘੱਟੋ ਘੱਟ ਜਿਹੜਾ ਹੈਗਾ ਸਰਕਾਰ ਤੇ ਇੰਨਾ ਭਰੋਸਾ ਮੈਨੂੰ ਲੱਗਦਾ ਕਰਨਾ ਹੀ ਚਾਹੀਦਾ ਕਿ ਜਦੋਂ ਲਿਖਿਤ 'ਚ ਆਰਡਰ ਜਾਰੀ ਕਰਤਾ ਹੈ ਤਾਂ ਕੋਈ ਵੀ ਇੰਨੀ ਹਿਮਾਕਤ ਨਹੀਂ ਕਰੇਗਾ, ਉਹ ਵੀ ਖਾਸ ਤੌਰ ਤੇ ਇੰਨੇ ਜਿਹੜਾ ਇਸ਼ੂ ਇੰਨਾ ਇੰਪੋਰਟੈਂਟ ਹੋ ਗਿਆ ਹੋਵੇ, ਇੰਨਾ ਵਾਈਡ ਹੋ ਗਿਆ ਹੋਵੇ, ਉਹਦੇ ਉੱਤੇ ਕੋਈ ਇੰਨੀ ਹਿਮਾਕਤ ਨਹੀਂ ਕਰੇਗਾ ਕਿ ਉਹ ਫੈਕਟਰੀ ਖੋਲ ਕੇ ਬੈਠ ਜੇ ਤੇ ਇਹ ਫੈਕਟਰੀ ਬੰਦ ਹੀ ਰਹੇਗੀ। ਤੇ ਉਹਨਾਂ ਨੂੰ ਹੁਣ ਮੈਨੂੰ ਲੱਗਦਾ ਕਿ ਆਪਣੇ ਆਪਣੇ ਘਰਾਂ ਚਲੇ ਜਾਣਾ। ਉਹਨਾਂ ਨੇ ਅੰਦੋਲਨ ਇੱਕ ਤਰ੍ਹਾਂ ਦਾ ਆਪਣਾ ਜਿੱਤ ਹੀ ਲਿਆ ਔਰ ਫੈਕਟਰੀ ਜਿਹੜਾ ਪੋਲੂਟ ਕਰ ਰਹੀ ਹੈ ਕਿਸੇ ਪਾਣੀ ਨੂੰ ਉਹਨੂੰ ਬੰਦ ਕਰਵਾ ਲਿਆ। ਔਰ ਮੈਨੂੰ ਲੱਗਦਾ ਕਿ ਇਹ ਇੱਕ ਜਿਹੜਾ ਦੂਜੀਆਂ ਵੀ ਇਸ ਤਰ੍ਹਾਂ ਦੀਆਂ ਪੋਲੂਸ਼ਨ ਫੈਲਾ ਰਹੀਆਂ ਫੈਕਟਰੀਆਂ ਨੇ, ਉਹਦੇ ਲਈ ਵੀ ਇੱਕ ਵੱਡਾ ਐਗਜ਼ਾਮਪਲ ਹੈ ਕਿ ਅਸੀਂ
ਜ਼ਮੀਨ ਦਾ ਪਾਣੀ ਖਰਾਬ ਨਹੀਂ ਕਰਨਾ। ਹੁਣ ਇਸ ਤੇ ਅੱਗੇ ਪੋਲੂਸ਼ਨ ਬੋਰਡ ਕਿੰਨਾ ਵੱਧਦਾ ਹੈ, ਇਹ ਆਉਣ ਵਾਲੇ ਟਾਈਮ 'ਚ ਪਤਾ ਚੱਲੇਗਾ। ਦੇਖੋ, ਗੰਦਾ ਪਾਣੀ ਤੇ ਆਪਾਂ ਸੁੱਟਦੇ ਹੀ ਹਾਂ। ਜਿਵੇਂ ਹੁਣ ਬਾਰਿਸ਼ ਬਹੁਤ ਜ਼ਿਆਦਾ ਆ ਰਹੀ ਹੈ, ਕਿ ਅਸੀਂ ਪਾਣੀ ਰੀਚਾਰਜ ਕਰਨ ਦਾ ਵੀ ਕੋਈ ਤਰੀਕਾ ਅਪਣਾਇਆ? ਸਟੇਟ ਨੇ ਇੱਥੇ ਕੋਈ ਇਨਵੈਸਟਮੈਂਟ ਨਹੀਂ ਕੀਤੀ। ਸਟੇਟ ਨੂੰ ਚਾਹੀਦਾ ਹੈ ਕਿ ਜਿੱਦਾਂ ਜਲ ਥਲ ਹੋਈ ਪਈ ਆ ਪੰਜਾਬ ਦੇ ਵਿੱਚ, ਇਹੋ ਜਿਹੇ ਮੌਕਿਆਂ ਤੇ ਤੁਸੀਂ ਮੈਕਸਿਮਮ ਪਾਣੀ ਜ਼ਮੀਨ ਦੇ ਅੰਦਰ ਭੇਜ ਸਕੋ, ਰੀਚਾਰਜ ਕਰ ਸਕੋ। ਇਹਦੇ ਉੱਤੇ ਕੰਮ ਹੋਣ ਦੀ ਜ਼ਰੂਰਤ ਸੀਗੀ। ਖੈਰ ਭਾਸਕਰ ਸਾਹਿਬ, ਇਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਤੁਸੀਂ ਇੱਕ ਹਲਕੀ ਜਿਹੀ ਟਿੱਪਣੀ ਦੇ ਦਿਓ। ਜਿੱਥੇ ਤੱਕ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਦੀ ਗੱਲ ਹੈਗੀ ਹੈ, ਬਿਲਕੁਲ ਠੀਕ ਹੈ ਇੰਦਰਪ੍ਰੀਤ ਉਹਨਾਂ ਨੇ, ਕਿ ਉਹਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ ਵੱਖ-ਵੱਖ ਸੂਬੇ ਦੀ ਸਰਕਾਰਾਂ ਜਿਹੜੀ ਆਪਣੀ ਜਨਤਾ ਨੂੰ, ਵੋਟਰਾਂ ਨੂੰ ਕਿਸੇ ਵੀ ਤਰੀਕੇ ਦੀ ਫੈਸਿਲਿਟੀ ਦਿੰਦੀ ਹੈ, ਉਹ ਜਨਤਾ ਤੋਂ ਡਾਇਰੈਕਟ ਬਿੱਲ ਉਹ ਬਿਜਲੀ ਬੋਰਡ ਨੂੰ ਮਿਲੇ। ਯਾਨੀ ਜਿੱਦਾਂ 300 ਯੂਨਿਟ ਫ੍ਰੀ ਹੈ, ਤਾਂ ਉਹ ਫ੍ਰੀ ਯੂਨਿਟ ਦੇ ਪੈਸੇ ਸਾਨੂੰ ਬਿਜਲੀ ਬੋਰਡ ਨੂੰ ਦੇਣੇ ਪੈਣਗੇ। ਉਸ ਤੋਂ ਬਾਅਦ ਸਰਕਾਰ ਸਾਨੂੰ ਉਹ ਪੈਸੇ ਵਾਪਸ ਕਰੇਗੀ। ਜਿਸ ਸਬਸਿਡੀ ਦੀ ਵੇਟ ਬਿਜਲੀ ਬੋਰਡ ਨੂੰ ਕਰਨੀ ਪੈਂਦੀ ਹੈ, ਔਰ ਉਹ ਘਾਟੇ ਚਲੀ ਜਾਂਦੀ ਹੈ ਔਰ ਫਾਈਨੈਂਸ਼ੀਅਲ ਕ੍ਰਾਈਸਿਸ ਆ ਜਾਂਦੇ ਨੇ, ਉਹ ਫਾਈਨੈਂਸ਼ੀਅਲ ਕ੍ਰਾਈਸਿਸ ਇਨਡਾਇਰੈਕਟਲੀ ਉਹਨਾਂ ਬਿਜਲੀ ਬੋਰਡ ਦੇ ਉੱਤੇ ਨਾ, ਔਰ ਸੈਂਟਰਲ ਪਾਵਰ ਰੈਗੂਲੇਟਰੀ ਅਥਾਰਟੀ ਬਣਾਉਣ ਦੀ ਗੱਲ ਵੀ ਚਲੀ ਹੈ। ਇਹਨਾਂ ਸਾਰੀ ਗੱਲਾਂ ਦੇ ਉੱਤੇ ਆਬਜੈਕਸ਼ਨ ਫਿਲਹਾਲ ਪਾਵਰ ਇੰਜੀਨੀਅਰਸ ਐਸੋਸੀਏਸ਼ਨ ਦਾ ਹੈ। ਹਜੇ ਤੇ ਲੋਕਾਂ ਦਾ, ਕਿਸਾਨਾਂ ਦਾ, ਹੋਰ ਵਰਗਾਂ ਦਾ ਇਸ ਮੁੱਦੇ ਦੇ ਉੱਤੇ ਜਿਹੜਾ ਵਿਰੋਧ ਹੈ ਉਹ ਆਣਾ ਹਜੇ ਬਾਕੀ ਹੈ। ਜਿੱਥੇ ਤੱਕ ਗੱਲ ਕਰੀਏ ਜੀਰਾ ਫੈਕਟਰੀ ਦੀ, ਹੁਣ ਇੰਦਰਪ੍ਰੀਤ ਉਹਨਾਂ ਨੇ ਕਿਹਾ ਕਿ ਵਿਸ਼ਵਾਸ ਕਰਨਾ ਚਾਹੀਦਾ ਲੋਕਾਂ ਨੂੰ ਕਿ ਇਹ ਕੰਸੈਂਟ ਟੂ ਆਪਰੇਟ ਜਿਹੜੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਕਹਿੰਦੇ ਨਹੀਂ ਦੇਵਾਂਗੇ। ਤੁਸੀਂ ਇਹ ਦੇਖੋ ਕਿ 17 ਜਨਵਰੀ ਨੂੰ ਮੁੱਖ ਮੰਤਰੀ ਨੇ ਲਾਈਵ ਵੀਡੀਓ ਪਾ ਕੇ ਇਸ ਗੱਲ ਨੂੰ ਅਨਾਉਂਸ ਕੀਤਾ ਹੋਇਆ ਕਿ ਸਰਕਾਰ ਨੇ ਇਸ ਫੈਕਟਰੀ ਨੂੰ ਬੰਦ ਕਰਨ ਦਾ ਫੈਸਲਾ ਲਿੱਤਾ ਹੈ। ਭਰੋਸਾ ਤਦ ਵੀ ਨਹੀਂ ਸੀ, ਹਾਲਾਂਕਿ ਤਦ ਵੀ ਇਹ ਸਵਾਲ ਉੱਠਿਆ ਸੀ, ਮੁੱਖ ਮੰਤਰੀ ਆਪ ਕਹਿ ਰਹੇ ਨੇ ਬੰਦ ਕਰਨ ਦਾ ਫੈਸਲਾ ਲਿੱਤਾ ਹੈ, ਫਿਰ ਇਹ ਜਿਹੜੇ ਧਰਨਾਕਾਰੀ, ਪ੍ਰਦਰਸ਼ਨਕਾਰੀ ਇਹ ਗੱਲ ਕਿਉਂ ਕਹਿ ਰਹੇ ਨੇ ਕਿ ਲਿਖਿਤ ਵਿੱਚ ਜਦ ਤੱਕ ਆਰਡਰ ਨਹੀਂ ਆਣਗੇ ਅਸੀਂ ਇੱਥੋਂ ਨਹੀਂ ਹਟਾਂਗੇ। ਅੱਜ ਇਹ ਗੱਲ ਸਮਝ ਆਉਂਦੀ ਹੈ। 6 ਮਹੀਨੇ ਬਾਅਦ ਵੀ ਆਪਾਂ ਉੱਥੇ ਹੀ ਖੜੇ ਹਾਂ। ਹੁਣ ਭਾਵੇਂ ਇੰਦਰਪ੍ਰੀਤ ਜੀ ਨੇ ਵੀ ਕਿਹਾ ਹੋਇਆ ਵੀ ਮੰਨ ਲਓ ਹੁਣ ਤੇ ਇਹ ਕੰਸੈਂਟ ਟੂ ਆਪਰੇਟ ਲੈ ਲਿੱਤੀ ਜਾਏਗੀ ਵਾਪਸ, ਪਰ ਵਿਸ਼ਵਾਸ ਕਦੋਂ ਹੋਏ? ਜਦ ਮੁੱਖ ਮੰਤਰੀ ਦੀ ਗੱਲਾਂ ਦੇ ਉੱਤੇ 6 ਮਹੀਨੇ 7 ਮਹੀਨੇ ਲੱਗ ਗਏ ਕਿ ਆਪਾਂ ਉੱਥੇ ਹੀ ਖੜੇ ਹਾਂ। ਜਦ ਲੋਕਾਂ ਦਾ ਭਰੋਸਾ ਸਰਕਾਰ ਤੋਂ ਟੁੱਟਦਾ ਹੈ ਕਿ ਸਰਕਾਰ ਵਾਸਤੇ ਵੀ ਬੜੀ ਖਤਰਨਾਕ ਗੱਲ ਹੁੰਦੀ ਹੈ, ਔਰ ਸੂਬੇ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਇੱਕ ਅਵਿਸ਼ਵਾਸ ਜਿਹੜਾ ਜਾਂ ਗੈਰ ਭਰੋਸੇਵਾਦੀ ਜਿਹੜਾ ਅੱਗੇ ਵਧਦੇ ਹੈ, ਉਹ ਇੱਕ ਬੜੀ ਅਜੀਬ ਜੀ ਸਿਚੁਏਸ਼ਨ ਹੈਗੀ ਹੈ ਸੂਬੇ ਵਾਸਤੇ। ਇੰਦਰਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ ਸੀਗੇ? ਮੇਰਾ ਇੱਕ ਪੁਆਇੰਟ ਰਹਿ ਗਿਆ ਸੀ, ਜਿਹੜਾ ਉਹ ਸੀਗਾ ਬਿੱਲ ਜਿਹੜਾ ਆ ਰਿਹਾ ਹੈ ਇਲੈਕਟ੍ਰਿਸਿਟੀ ਵਾਲਾ, ਉਹਦੇ ਵਿੱਚ ਇੱਕ ਪੁਆਇੰਟ ਸੀਗਾ ਕਿ ਕ੍ਰਾਸ ਸਬਸਿਡੀ ਵੀ ਬੰਦ ਕਰਤੀ ਜਾਏਗੀ। ਕ੍ਰਾਸ ਸਬਸਿਡੀ ਦਾ ਰੰਦਾਵਾ ਦਾ ਮਤਲਬ ਹੁੰਦਾ ਹੈ ਕਿ ਜਦੋਂ ਅਸੀਂ ਇੱਕ ਐਵਰੇਜ ਤੈਅ ਕਰਦੇ ਹਾਂ ਕਿਸੇ ਵੀ ਬਿਜਲੀ ਦੀ ਦਰ, ਕੋਈ ਐਵਰੇਜ ਹੈ, ਜਿਸ ਤਰ੍ਹਾਂ ਪੰਜਾਬ 'ਚ 6 ਰੁਪਏ 64 ਪੈਸੇ ਇਸ ਟਾਈਮ ਐਵਰੇਜ ਬਿਜਲੀ ਦੀ ਦਰ ਹੈ, ਤਾਂ ਅਸੀਂ ਕੁਝ ਸੈਕਸ਼ਨਾਂ ਨੂੰ 4 ਰੁਪਏ 4.5 ਰੁਪਏ ਦੇ ਹਿਸਾਬ ਨਾਲ ਬਿਜਲੀ ਦਿੰਦੇ ਹਾਂ, ਔਰ ਕੁਝ ਸੈਕਸ਼ਨਾਂ ਨੂੰ 8 ਰੁਪਏ ਜਾਂ 9 ਰੁਪਏ ਬਿਜਲੀ ਦਿੰਦੇ ਹਾਂ। ਜਿਹੜੀ ਨਵੀਂ ਸੋਧ ਹੈ ਉਹਦੇ 'ਚ ਇਹ ਕਿਹਾ ਗਿਆ ਵੀ ਕ੍ਰਾਸ ਸਬਸਿਡੀ ਬੰਦ ਕੀਤੀ ਜਾਏਗੀ। ਸੋ ਇਹ ਵੀ ਮੈਨੂੰ ਲੱਗਦਾ ਵੀ ਜਿਹੜਾ ਗਰੀਬ ਵਰਗ ਹੈਗਾ, ਜਿਹਨੂੰ ਅਸੀਂ ਕਹਿੰਦੇ ਆ ਵੀ ਘੱਟੋ ਘੱਟ ਯਾਰ ਇੱਕ ਵਰਗ ਤਾਂ ਇਹ ਜਿਹੜਾ ਬਹੁਤ ਜ਼ਿਆਦਾ ਬਿਜਲੀ ਤਾਂ ਯੂਜ਼ ਨਹੀਂ ਕਰਦਾ, ਔਰ ਉਹਨੂੰ ਘੱਟੋ ਘੱਟ ਇੰਨਾ ਕੁ ਥੋੜਾ ਜਿਹਾ ਰਾਹਤ ਵੀ ਦਿੱਤੀ ਜਾਣੀ ਚਾਹੀਦੀ ਹੈ ਵੀ ਉਹਨੂੰ ਇੰਡਸਟਰੀ ਦੇ ਬਰਾਬਰ ਜਾਂ ਕਮਰਸ਼ੀਅਲ ਜਿਹੜੇ ਲੋਕ ਨੇ ਉਹਨਾਂ ਦੇ ਬਰਾਬਰ ਆਪਾਂ ਕਰ ਦਈਏ। ਇਹ ਵੀ ਠੀਕ ਨਹੀਂ ਹੈਗਾ। ਮੈਨੂੰ ਲੱਗਦਾ ਕਿ ਇੱਕ ਵਿਰੋਧ ਜਿਹੜਾ ਇਸ ਦਾ ਵੀ ਕੀਤਾ ਹੋਇਆ ਕਿ ਇਹ ਨਹੀਂ ਸੋਧ ਨਹੀਂ ਹੋਣੀ ਚਾਹੀਦੀ। ਇਹ ਤਾਂ ਕ੍ਰਾਸ ਸਬਸਿਡੀ ਤਾਂ ਸਾਰੀ ਸਰਕਾਰਾਂ ਦਾ ਅਖਤਿਆਰ ਹੈ, ਉਹ ਜਿੰਨੀ ਦੇਣਾ ਚਾਹਣ ਤਾਂ ਦੇ ਸਕਦੀ। ਇਹ ਗੱਲ ਤੁਹਾਡੀ ਬਹੁਤ ਬਿਹਤਰ ਹੈ ਕਿ ਕੋਈ ਵੀ ਕੇਂਦਰ ਦੀ ਸਰਕਾਰ ਹੋਵੇ, ਕਿਸੇ ਵੀ ਪਾਰਟੀ ਦੀ, ਉਹ ਸੂਬਿਆਂ ਦੇ ਹੱਕ ਜਾਂ ਸੂਬਿਆਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਮਿਨੀਮਾਈਜ਼ ਕਰਨ ਦਾ ਯਤਨ ਕਰਦੀ ਹੈ, ਪਾਵਰ ਦਾ ਕੇਂਦਰੀਕਰਨ ਕਰਨ ਵੱਲ ਰੁਚਿਤ ਰਹਿੰਦੀ ਹੈ। ਠੀਕ ਗੱਲ ਹੈ ਕਿ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਸਟੇਟ ਜਿਹੜੀ ਆ ਉਹ ਆਪਣੇ ਫੈਸਲੇ ਆਪ ਲਵੇ। ਉਹਨੇ ਬਿਜਲੀ ਬੋਰਡ ਨੂੰ ਸਬਸਿਡੀ ਦੇ ਪੈਸੇ ਦੇਣੇ ਆ ਜਾਂ ਉਹਨੇ ਲੋਕਾਂ ਨੂੰ ਦੇਣੇ ਆ। ਪਰ ਇੱਕ ਚੀਜ਼ ਹੈ, ਚਲੋ ਇਹ ਸਰਕਾਰ ਤੇ ਦਾਅਵਾ ਕਰਦੀ ਆ ਕਿ ਅਸੀਂ 1 ਪੈਸਾ ਵੀ ਨਹੀਂ ਰਹਿਣ ਦਿੱਤਾ, ਸਾਰੀ ਜਿਹੜੀ ਸਾਡੇ ਹਿੱਸੇ ਦੀ ਸਬਸਿਡੀ ਸੀ ਉਹਦੀ ਰਕਮ ਅਸੀਂ ਬਿਜਲੀ ਬੋਰਡ, ਬਿਜਲੀ ਨਿਗਮ ਨੂੰ ਦਿੱਤੀ। ਪਰ ਪਿਛਲੀਆਂ ਸਰਕਾਰਾਂ ਵੇਲੇ ਤਾਂ ਬੜੇ ਇਹ ਪੈਂਡਿੰਗ ਚੱਲਦੇ ਰਹੇ ਨੇ। ਹੁਣ ਵਾਲੀ ਸਰਕਾਰ ਨੇ ਵੀ ਅਜੇ 3.5 ਸਾਲ ਹੋਰ ਰਹਿਣਾ। ਕ੍ਰਾਈਸਿਸ ਆਰਥਿਕ ਤੌਰ ਤੇ ਅਜੇ ਵੀ ਵੱਡੇ ਨੇ। ਕੀ ਸੱਚਮੁੱਚ ਸਬਸਿਡੀ ਲੋਕਾਂ ਨੂੰ ਹੀ ਦੇਣੀ ਚਾਹੀਦੀ ਆ? ਇਸ ਤੇ ਗੱਲ ਨਹੀਂ ਹੋਣੀ ਚਾਹੀਦੀ। ਸਰਕਾਰਾਂ ਤੇ ਪ੍ਰੈਸ਼ਰ ਵੀ ਰਹੂਗਾ। ਅਦਾਰਿਆਂ ਨੂੰ ਤੁਸੀਂ ਕਿਸੇ ਵੇਲੇ ਡਿਲੇ ਕਰ ਦਿੰਦੇ ਹੋ, ਪਰ ਉਹ ਡਿਲੇ ਤੁਹਾਡੀ ਜਿਹੜੀ ਕੁਆਲਿਟੀ ਹੈ ਡਿਲੀਵਰੀ ਦੀ, ਉਹਦੇ ਉੱਤੇ ਅਸਰਅੰਦਾਜ਼ ਹੁੰਦੀ ਆ। ਲੋਕਾਂ ਨੂੰ ਉਹ ਖਮਿਆਜਾ ਭੁਗਤਣਾ ਪੈਂਦਾ ਹੈ। ਡਿਸਟ੍ਰੀਬਿਊਸ਼ਨ ਜਿਹੜਾ ਸਿਸਟਮ ਹੈ ਉਹ ਕਲੈਪਸ ਕਰਦਾ ਕਈ ਵਾਰੀ, ਜਦੋਂ ਤੁਹਾਡੇ ਕੋਲ ਸਫੀਸ਼ੀਐਂਟ ਅਮਾਉਂਟ ਨਹੀਂ ਹੁੰਦੀ ਖਰਚਣ ਲਈ। ਸੋ ਇਹ ਬੜਾ ਅਹਿਮ ਸਵਾਲ ਆ ਕਿ ਸਟੇਟ ਦੀਆਂ ਗਵਰਨਮੈਂਟਸ ਜਿਹੜੀਆਂ ਵੀ ਫੈਸਲੇ ਲੈਣ, ਇਹੋ ਜਿਹੇ ਤਰਕਸੰਗਤ ਫੈਸਲੇ ਲੈਣ ਕਿ ਮੰਨ ਲਓ
600 ਯੂਨਿਟ ਕਿਸੇ ਦੇ 700 ਯੂਨਿਟ ਦੇ 600 ਯੂਨਿਟ ਦੇ ਤੁਸੀਂ ਪੈਸੇ ਪਾਉਣੇ ਨੇ ਤਾਂ ਉਹਦੇ ਖਾਤੇ 'ਚ ਪਾ ਦਿਓ। ਉਹ ਸਮੇਂ ਸਿਰ ਤਾਂ ਘੱਟੋ ਘੱਟ ਬਿਜਲੀ ਬੋਰਡ ਜਾਂ ਬਿਜਲੀ ਨਿਗਮ ਨੂੰ ਪੈਸੇ ਜਾਣ। ਇਹਨਾਂ ਚੀਜ਼ਾਂ ਦੇ ਉੱਤੇ ਸੋਚਣ ਦੀ ਲੋੜ ਹੈ। ਜੇ ਇਹਦੇ ਤੇ ਰੰਧਾਵਾ ਸਾਹਿਬ ਇੱਕ ਪੁਆਇੰਟ ਹੈਗਾ, ਉਹ ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ 'ਚ ਸ਼ੁਰੂ ਹੋਇਆ ਸੀਗਾ। ਤੇ ਤੁਹਾਨੂੰ ਯਾਦ ਹੋਊਗਾ ਪਿਛਲੀ ਸਰਕਾਰ ਵੇਲੇ ਪਾਣੀ ਬਚਾਓ ਪੈਸਾ ਕਮਾਓ ਕੁਛ ਏਦਾਂ ਦੀ ਸ਼ਾਇਦ ਸਕੀਮ ਇੱਕ ਲੈ ਕੇ ਆਏ ਸੀਗੇ। ਉਹਦੇ 'ਚ ਉਹਨਾਂ ਨੇ ਫਾਰਮਰਸ ਨੂੰ ਇਹ ਕਿਹਾ ਸੀਗਾ ਵੀ ਤੁਸੀਂ ਜਿਹੜੀ ਬਿਜਲੀ ਸਬਸਿਡੀ ਬਿਜਲੀ ਦਾ ਜਿਹੜਾ ਬਿੱਲ ਹੈ ਉਹ ਤੁਸੀਂ ਪੂਰਾ ਭਰ ਦਿਓ, ਅਸੀਂ ਤੁਹਾਨੂੰ 46,000 ਰੁਪਇਆ ਪਰ ਈਅਰ ਤੁਹਾਡੇ ਖਾਤੇ ਦੇ ਵਿੱਚ ਪਾ ਦਾਂਗੇ, ਤੁਸੀਂ ਉਹ ਬਚਾ ਲਓ, ਮਤਲਬ 46,000 ਤੋਂ ਤੁਸੀਂ ਘੱਟ ਕੰਜ਼ਿਊਮ ਕਰ ਲਓ, ਉਹ ਤੁਹਾਡਾ। ਪਰ ਇਸ ਤੇ ਕੋਈ ਬਹੁਤਾ ਮਤਲਬ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਲੋਕਾਂ ਨੂੰ ਇਹ ਵਿਸ਼ਵਾਸ ਨਹੀਂ ਹੈ ਕਿ ਸਰਕਾਰ ਸਾਡੇ ਖਾਤੇ ਦੇ ਵਿੱਚ ਇਨ ਟਾਈਮ ਪੈਸੇ ਪਾ ਦੇਗੀ। ਸੋ ਸਰਕਾਰਾਂ ਤਾਂ ਦੇਖੋ ਝੇਲ ਲੈਣਗੀਆਂ ਇਸ ਚੀਜ਼ ਨੂੰ, ਜਾਂ ਜਿਹੜੇ ਕਾਰਪੋਰੇਸ਼ਨਾਂ ਨੇ ਉਹ ਤਾਂ ਝੇਲ ਲੈਣਗੀਆਂ, ਕਰਜ਼ੇ ਕੁਰਜ਼ੇ ਹੋਰ ਲੈ ਲੈਣਗੀਆਂ। ਪਰ ਜਿਹੜੇ ਲੋਕਾਂ ਨੂੰ ਤੁਸੀਂ ਹੁਣ ਇੱਕ ਆਦਤਾਂ ਪਾਤੀਆਂ ਨੇ ਕਿ ਮੁਫਤ ਬਿਜਲੀ ਹੀ ਚੱਲੂਗੀ, ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਆਦਤਾਂ ਸਾਨੂੰ ਬਹੁਤ ਥਾਈਂ ਖਰਾਬ ਵੀ ਕਰਦੀਆਂ ਨੇ। ਅੱਜ ਅਸੀਂ ਉਸ ਤੇ ਖੜੇ ਹਾਂ, ਪੂਰਾ ਪੰਜਾਬ ਇਸ ਟਾਈਮ ਜਲਥਲ ਹੋਇਆ ਪਿਆ। ਤੁਸੀਂ ਦੇਖੋ 2 ਦਿਨ ਦੀ ਬਾਰਿਸ਼ ਬੰਦ ਨਹੀਂ ਹੋ ਰਹੀ ਹੈ, ਲਗਾਤਾਰ ਬਾਰਿਸ਼ ਹੋ ਰਹੀ ਹੈ, ਪਹਾੜਾਂ ਤੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ। ਅਜੇ ਮਾਨਸੂਨ ਸ਼ੁਰੂ ਨਹੀਂ ਹੋਇਆ ਕਿ ਸਾਰੇ ਫਲੱਡ ਗੇਟ ਹੁਣ ਤੋਂ ਹੀ ਖੁੱਲਣੇ ਸ਼ੁਰੂ ਹੋ ਗਏ ਹੈ। ਉਸ ਚੀਜ਼ ਨੂੰ ਦੇਖਦੇ ਹੋਏ ਜੇ ਤੁਸੀਂ ਦੇਖੋ ਕਈ ਥਾਵਾਂ ਤੋਂ ਵੀਡੀਓਜ਼ ਆ ਰਹੀਆਂ ਨੇ ਕਿ ਮੋਟਰਾਂ ਵੀ ਚੱਲੀ ਜਾ ਰਹੀਆਂ ਨੇ। ਕਿਉਂਕਿ ਕਿਸਾਨਾਂ ਨੇ ਸਾਰਿਆਂ ਨੇ ਆਟੋਮੈਟਿਕ ਤੇ ਲਗਾਈਆਂ ਹੋਈਆਂ, ਜਦੋਂ ਬਿਜਲੀ ਆ ਗਈ ਮੋਟਰ ਔਨ। ਸੋ ਮੈਨੂੰ ਲੱਗਦਾ ਕਿ ਜਦੋਂ ਆਪਾਂ ਕੋਈ ਚੀਜ਼ ਫ੍ਰੀ ਦਿੰਨੇ ਆ ਤਾਂ ਜਿਹੜਾ ਫ੍ਰੀ ਲੈ ਰਿਹਾ ਹੈ ਉਹਨੂੰ ਵੀ ਥੋੜੀ ਥੋੜੀ ਇਸ ਤਰ੍ਹਾਂ ਦੀ ਤਾਂ ਘੱਟੋ ਘੱਟੋ ਕਰਨੀ ਚਾਹੀਦੀ ਹੈ ਕਿ ਯਾਰ ਮੈਂ ਉਨੀ ਕੀ ਵਰਤਾਂ ਜਿੰਨੀ ਮੈਨੂੰ ਜ਼ਰੂਰਤ ਹੈ। ਅੱਜ ਜਲਥਲ ਹੋਈ ਪਈ ਹੈ, ਉਸ ਦੌਰਾਨ ਵੀ ਉਹ ਜੇ ਮੋਟਰਾਂ ਚਲਾ ਰਿਹਾ ਤੇ ਇਹਦਾ ਮਤਲਬ ਉਹ ਵੇਸਟੇਜ ਹੈ। ਉਹ ਕੱਲੀ ਉਹਦੀ ਵੇਸਟੇਜ ਨਹੀਂ ਹੈ, ਕੰਟਰੀ ਦੀ ਵੇਸਟੇਜ, ਸਟੇਟ ਦੀ ਵੇਸਟੇਜ ਹੈ। ਆਖਿਰ ਪੈਸੇ ਤਾਂ ਉਹਦੀ ਜੇਬ ਚੋਂ ਹੀ ਜਾਣੇ ਨੇ, ਚਾਹੇ ਉਹ ਇਸ ਹੱਥ ਦੇ ਕੇ ਦੂਸਰੇ ਹੱਥੋਂ ਤੋਂ ਲੈਣੇ ਪੈਣ, ਜਾਣਗੇ ਇਹਦੇ ਹੱਥ ਚੋਂ ਹੀ। ਇਹ ਮੈਨੂੰ ਲੱਗਦਾ ਕਿ ਇਹ ਸਾਰਿਆਂ ਨੂੰ ਇਸ ਗੱਲ ਤੇ ਵੀ ਸਾਨੂੰ ਸੋਚਣਾ ਪਊਗਾ ਵੀ ਕਦੋਂ ਅਸੀਂ ਕਿੰਨੀ ਬਿਜਲੀ ਫ੍ਰੀ ਦੇਣੀ ਹੈ ਤੇ ਕਿੰਨੀ ਨਹੀਂ ਦੇਣੀ। ਇਸ ਵੇਲੇ ਵੈਸੇ ਤਾਂ ਇਹ ਗੱਲ ਕਹਿਣ ਦੀ ਜ਼ਰੂਰਤ ਨਹੀਂ, ਪਰ ਕੋਸ਼ਿਸ਼ ਕਰੋ ਜਿਹੜੇ ਵੀ ਬੱਚੇ ਜਾਂ ਜਿਹੜੇ ਨੌਜਵਾਨ ਨੇ ਜਦੋਂ ਉਹ ਪਹਾੜ ਵੱਲ ਨੂੰ ਤੁਰ ਪੈਂਦੇ ਆ, ਮੱਲੋ ਜ਼ੋਰੀ ਉਹਨਾਂ ਨੂੰ ਵੀ ਰੋਕਣ ਦਾ ਯਤਨ ਕਰੋ। ਸਿਆਣੇ ਪਰਿਵਾਰ, ਸਿਆਣੀਆਂ ਫੈਮਿਲੀਜ਼ ਤਾਂ ਇਹਨਾਂ ਦਿਨਾਂ 'ਚ ਟਰੈਵਲ ਨਹੀਂ ਕਰ ਰਹੀਆਂ। ਪਹਾੜੀ ਖੇਤਰਾਂ 'ਚੋਂ ਬੜੀਆਂ ਅਜੀਬੋ ਗਰੀਬ ਖਬਰਾਂ ਆਉਂਦੀਆਂ ਨੇ, ਗੱਡੀਆਂ ਰਾਹਾਂ ਦੇ ਵਿੱਚ ਫਸੀਆਂ ਹੋਈਆਂ, ਲੋਕ ਕਾਰਾਂ ਦੇ ਵਿੱਚ ਫਸੇ ਹੋਏ ਆ ਜਿਹੜੇ ਗਏ ਹੋਇਆ। ਅਮਰਨਾਥ ਯਾਤਰਾ ਵਾਲੀ ਸਾਈਡ ਤੇ ਵੀ ਬਹੁਤ ਸਾਰੇ ਲੋਕਾਂ ਨੂੰ ਪ੍ਰਸ਼ਾਸਨ ਯਤਨ ਕਰ ਰਿਹਾ ਕਿ ਉਹਨਾਂ ਨੂੰ ਐਂਟਰਟੇਨ ਕਰੇ, ਉਹਨਾਂ ਨੂੰ ਸਹੂਲਤਾਂ ਦੇ ਸਕੇ। ਪਰ ਜਿੱਥੇ ਕਿਤੇ ਇਹਨਾਂ ਦਿਨਾਂ ਦੇ ਵਿੱਚ ਕਿਸੇ ਵੇਲੇ ਬੱਚੇ ਜਿੱਦ ਕਰਕੇ ਵੀ, ਨੌਜਵਾਨ ਜਿੱਦ ਕਰਕੇ ਵੀ ਤੁਰ ਪੈਂਦੇ ਆ, ਉਹਨਾਂ ਨੂੰ ਵੀ ਬਚਣ ਦੀ ਲੋੜ ਆ ਇਸ ਤੋਂ ਪਹਿਲਾਂ ਕਿ ਕੋਈ ਖੂਬਸੂਰਤੀ, ਆਨੰਦ ਜਾਂ ਨਜ਼ਾਰੇ ਲੈਣ ਦੇ ਚੱਕਰ ਦੇ ਵਿੱਚ ਆਪਣੀ ਜਾਨ ਜੋਖਮ 'ਚ ਪਾ ਲੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।